ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਾਟ ਮਹੱਲਾ ਪੰਜਵਾ। ਜਾ ਕਉ ਭਈ ਤੁਮਾਰੀ ਧੀਰਾ, ਜਮ ਕੀ ਤਰਾਸ ਮਿਟੇ ਸੁਖ ਪਾਇਆ। ਹਉ ਨਿਕਸੀ ਹਉਮੈ ਪੀਰਾ, ਜਾ ਕਉ ਭਈ ਤੁਮਾਰੀ ਧੀਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗ ਜੁਗੀ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਾਟ ਮਹੱਲਾ ਪੰਜਵਾ। ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨਟ ਰਾਗ ਵਿੱਚ ਸ਼ੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਜਾਂ ਕਉ ਭਈ ਤੁਮਾਰੀ ਧੀਰਾ। ਹੇ ਪਰਮੇਸ਼ਰ, ਜਿਨ੍ਹਾਂ ਨੂੰ ਤੇਰੀ ਬਖਸ਼ਿਸ਼ ਦੁਆਰਾ ਧੀਰਜਤਾ ਪ੍ਰਾਪਤ ਹੋਈ ਹੈ। ਜਮ ਕੇ ਤਰਾਸ ਮਿਟੇ ਸੁਖ ਪਾਇਆ। ਭਾਵ ਮਨ ਵਿੱਚ ਧਰਵਾਸਾ ਆ ਗਿਆ ਹੈ, ਉਹਨਾਂ ਦੇ ਹਿਰਦੇ ਵਿੱਚੋਂ ਜਮਾਂ ਦੀ ਖੌਫਦਾਈ ਮਿਟ ਗਈ, ਨਿਵਰਤ ਹੋ ਗਈ ਹੈ ਤੇ ਉਹਨਾਂ ਨੇ ਤੇਰੇ ਸੁਖ ਆਨੰਦ ਸਰੂਪ ਨੂੰ ਪਾਇਆ ਹੈ। ਨਿਗਸੇ ਹਉਮੈ ਪੀਰਾ। ਫਿਰ ਹਉਮੈ ਹੰਗਤਾ ਦੀ ਪੀੜ ਵੀ ਉਹਨਾਂ ਦੀ ਨਿਕਲ ਗਈ ਹੈ, ਜਾਂ ਹੰਗਤਾ ਦੇ ਕਰਕੇ ਪਈ ਹੋਈ ਜਮਨ ਮਨ ਦੀ ਪੀੜ ਵੀ ਨਿਕਲ ਗਈ ਹੈ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਹਨ। ਤਾਵਤ ਬੁਝਾਨੀ ਅੰਮ੍ਰਿਤ ਬਾਨੀ। ਗੁਰਾਂ ਦੀ ਨਾਮ ਅੰਮ੍ਰਿਤ ਰੂਪ ਬਾਣੀ ਨੇ ਵਿਛੋੜੇ ਦੀ ਤਪਸ਼ ਹਿਰਦੇ ਵਿੱਚੋਂ ਇਉਂ ਬੁਝਾ ਦਿੱਤੀ ਹੈ। ਤ੍ਰਿਪਤੇ ਜਉ ਬਾਰਿਕ ਖੀਰਾ। ਜਿਵੇਂ ਛੋਟਾ ਬੱਚਾ ਮਾਤਾ ਦੀ ਅਸਥਨਾ ਦਾ ਦੁੱਧ ਚੁੰਘ ਕੇ ਰੱਜ ਜਾਂਦਾ ਹੈ। ਮਾਤ ਪਿਤਾ ਸਾਜਨ ਸੰਤ ਮੇਰੇ। ਮੇਰੇ ਤਾਂ ਮਾਂ ਪਿਓ ਤੇ ਸੱਜਣ ਆਦਿਕ ਸਭ ਕੁਝ ਸੰਤ ਜਨ ਹੀ ਹਨ। ਸੰਤ ਸਹਾਈ ਬੀਰਾ। ਅਤੇ ਸੰਤ ਜਨ ਹੀ ਸਹਾਇਤਾ ਕਰਨ ਵਾਲੇ ਭਰਾ ਹਨ, ਜਾਂ ਸੰਤ ਜਨ ਹੀ ਸੂਰਮਿਆਂ ਵੱਤ ਸਹਾਇਤਾ ਕਰਨ ਵਾਲੇ ਨੇ। ਜਿਵੇਂ ਸ਼ਸਤਰ ਵਿਦਿਆ ਨੂੰ ਜਾਣਨ ਵਾਲਾ ਸੂਰਮਾ ਮਿੱਤਰ ਜੰਗ ਵਿੱਚ ਦੁਸ਼ਮਣਾਂ ਤੋਂ ਬਚਾਉਣ ਲਈ ਸਹਾਇਤਾ ਕਰਦਾ, ਇਸੇ ਤਰ੍ਹਾਂ ਸੰਤ ਰੂਪ ਸੂਰਮੇ ਕਾਮ ਕ੍ਰੋਧ ਰੂਪ ਦੁਸ਼ਮਣਾਂ ਤੋਂ ਬਚਾਉਣ ਲਈ
ਉਪਦੇਸ਼ ਦੇਣ ਰੂਪ ਸਹਾਇਤਾ ਕਰਦੇ ਹਨ। ਖੁੱਲੇ ਭ੍ਰਮ ਭੀਤ ਮਿਲੇ ਗੋਪਾਲਾ। ਜਦ ਭਰਮ ਰੂਪ ਤਖਤੇ ਖੁੱਲ ਗਏ ਜਾਂ ਜਦ ਭਰਮ ਦੇ ਪੈਦਾਇਕ ਪਰਦੇ ਖੁੱਲ ਗਏ ਅਤੇ ਹੰਗਤਾ ਰੂਪ ਕੰਧ ਵੀ ਨਿਵਰਤ ਹੋ ਗਈ ਤਾਂ ਮਿਲੇ ਗੋਪਾਲ ਪ੍ਰਿਥਵੀ ਦੇ ਪਾਲਕ ਪਰਮੇਸ਼ਰ ਦੇ ਨਾਲ ਮਿਲਾਪ ਹੋ ਗਿਆ। ਹੀਰਾ ਬਿਧੇ ਹੀਰਾ। ਤਦੋਂ ਜੀਵ ਰੂਪ ਹੀਰਾ ਪਰਮੇਸ਼ਰ ਰੂਪ ਹੀਰੇ ਦੇ ਨਾਲ ਬੰਨਿਆ ਗਿਆ, ਮਿਲ ਗਿਆ। ਜਿਵੇਂ ਹੀਰੇ ਦੀ ਕਣੀ ਨਾਲ ਹੀਰਾ ਬੰਨਿਆ ਜਾਂਦਾ ਹੈ, ਇਸੇ ਪ੍ਰਕਾਰ ਹਰੀ ਦੇ ਨਾਮ ਰੂਪ ਹੀਰੇ ਨਾਲ ਹਰੀ ਰੂਪ ਹੀਰਾ ਬੰਨਿਆ ਜਾਂਦਾ ਹੈ। ਬਿਸਮ ਭਈ ਨਾਨਕ ਜਸ ਗਾਵਤ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਉਸ ਪਰਮੇਸ਼ਰ ਦੇ ਜਸ ਕੀਰਤਨ ਨੂੰ ਗਾਉਣੇ ਕਰਕੇ ਗੁਰਮੁਖ ਜਨ ਵਿਸਮਾਦਤਾਈ ਅਚਰਜਤਾਈ ਨੂੰ ਪ੍ਰਾਪਤ ਹੋਏ ਹਨ ਜਾਂ ਅਚਰਜ ਰੂਪ ਹੀ ਹੋ ਗਏ ਹਨ। ਠਾਕੁਰ ਗੁਣੀ ਗਹੀਰਾ। ਜੋ ਠਾਕੁਰ ਸੁਆਮੀ ਪਰਮੇਸ਼ਰ ਸ਼ੁਭ ਗੁਣਾਂ ਦਾ ਸਮੁੰਦਰ ਹੈ। ਨਟ ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨਟ ਰਾਗ ਵਿੱਚ ਸ਼ੁਭ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਆਪਣਾ ਜਾਨਾ ਆਪ ਹੈ ਆਪ ਉਧਾਰਿਓ। ਪਰਮੇਸ਼ਰ ਨੇ ਆਪ ਦਾ ਦਾਸ ਜਾਣ ਕੇ ਆਪਣੇ ਆਪ ਹੀ ਸੰਸਾਰ ਸਮੁੰਦਰ ਤੋਂ ਉਧਾਰ ਲਿਆ ਹੈ। ਆਠ ਪਹਿਰ ਜਨ ਕੈ ਸੰਗ ਬਸਿਓ। ਅੱਠੇ ਪਹਿਰ ਸਿਮਰਨ ਕਰਨ ਵਾਲੇ ਸੇਵਕਾਂ ਦੇ ਪਰਮੇਸ਼ਰ ਹਰ ਵਕਤ ਨਾਲ ਵਸਦਾ ਹੈ। ਮਨ ਤੇ ਨਾਹੀਂ ਬਿਸਾਰਿਓ। ਸੋ ਕਦੇ ਵੀ ਆਪਣੇ ਸੇਵਕਾਂ ਨੂੰ ਮਨ ਤੋਂ ਭੁਲਾਉਂਦਾ ਨਹੀਂ ਹੈ। ਜਾਂ ਪਾਸ਼ਾ ਫਰਮਾਉਂਦੇ ਨੇ ਮਨ ਤੇ ਨਾਹੀਂ ਬਿਸਾਰਿਓ। ਜਿਨ੍ਹਾਂ ਨੇ ਕਦੇ ਵੀ ਮਨ ਤੋਂ ਪਰਮੇਸ਼ਰ ਨਹੀਂ ਭੁਲਾਇਆ, ਆਠ ਪਹਿਰ ਜਨ ਕੇ ਸੰਗ ਬਸਿਓ, ਉਹਨਾਂ ਸੇਵਕਾਂ ਦੇ ਅੱਠੇ ਪੈਰ ਪਰਮੇਸ਼ਰ ਨਾਲ ਹੋ ਕੇ ਵਸਦਾ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਵਰਨ ਚਿਹਨ ਨਾਹੀ ਕਿਛ ਪੇਖਿਓ। ਪਰਮੇਸ਼ਰ ਨੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਇਹਨਾਂ ਵਰਨਾਂ ਵਿੱਚੋਂ ਚੰਗਾ ਵਰਨ ਨਹੀਂ ਵੇਖਿਆ ਤੇ ਨਾ ਹੀ ਕੋਈ ਸਾਧਨਾ ਦਾ ਚਿੰਨ੍ਹ ਵੇਖਿਆ ਹੈ। ਜਾਂ ਪਰਮੇਸ਼ਰ ਨੇ ਭੇਖ ਅਤੇ ਨਿਸ਼ਾਨ ਆਦਿਕ ਕੁਝ ਵੀ ਨਹੀਂ ਵੇਖਿਆ। ਦਾਸ ਕਾ ਕੁਲ ਨਾ ਵਿਚਾਰਿਓ। ਅਤੇ ਆਪਣੇ ਸੇਵਕਾਂ ਦਾ ਕੁਝ ਵੀ ਨਹੀਂ ਵਿਚਾਰਿਆ। ਕਰ ਕਿਰਪਾ ਨਾਮ ਹਰ ਦਿਓ। ਹਰੀ ਪਰਮੇਸ਼ਰ ਨੇ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਗੁਰਾਂ ਦੁਆਰਾ ਆਪਣਾ ਨਾਮ ਦੇ ਦਿੱਤਾ, ਬਖਸ਼ ਦਿੱਤਾ ਹੈ। ਸਹਿਜ ਸੁਭਾਏ ਸਵਾਰਿਓ। ਅਤੇ ਸੁਤੇ ਸਿੱਧ ਸੇਵਕਾਂ ਦੇ ਮਨ ਨੂੰ ਸ੍ਰੇਸ਼ਟ ਪ੍ਰਕਾਸ਼ ਰੂਪ ਦੇ ਵਿੱਚ ਜੋੜ ਕੇ ਸੰਵਾਰ ਦਿੱਤਾ ਹੈ, ਜੀਵਨ ਨੂੰ ਸੰਵਾਰ ਦਿੱਤਾ ਹੈ। ਮਹਾ ਬਿਖਮ ਅਗਨ ਕਾ ਸਾਗਰ। ਜੋ ਬੜਾ ਕਠਿਨ ਈਰਖਾ ਕ੍ਰੋਧ ਕਾਲ ਰੂਪੀ ਅੱਗ ਦਾ ਸੰਸਾਰ ਰੂਪ ਸਮੁੰਦਰ ਹੈ। ਜਿਸ ਤਿਸ ਤੇ ਪਾਰ ਉਤਾਰਿਓ। ਇਸ ਤੋਂ ਪਰਮੇਸ਼ਰ ਨੇ ਗੁਰਾਂ ਦੁਆਰਾ ਨਾਮ ਰੂਪ ਜਹਾਜ਼ ਤੇ ਚਾੜ ਕੇ ਪਾਰ ਉਤਾਰ ਦਿੱਤਾ ਹੈ। ਭਾਵ ਮੁਕਤੀ ਰੂਪ ਕਿਨਾਰੇ ਤੇ
ਉਤਾਰ ਦਿੱਤਾ ਹੈ। ਭੇਖਾ ਭੇਖਾ ਨਾਨਕ ਬਿਗਸਾਨੋ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਪਰਮੇਸ਼ਰ ਦੇ ਦਰਸ਼ਨ ਵੇਖ ਵੇਖ ਕੇ ਸੇਵਕ ਜਨਾਂ ਦਾ ਚਿੱਤ ਖਿੜ ਗਿਆ ਹੈ। ਪੁਨః ਪੁਨః ਬਲਹਾਰਿਓ। ਪਰ ਉਹ ਬਾਰ-ਬਾਰ ਪਰਮੇਸ਼ਰ ਤੋਂ ਕੁਰਬਾਨ ਜਾਂਦੇ ਹਨ। ਨਟ ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨਟ ਰਾਗ ਵਿੱਚ ਸ਼ੋਭਾਮ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਹਰ ਹਰ ਮਨ ਮਹਿ ਨਾਮ ਕਹਿਓ। ਇਹ ਭਾਈ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹਰੀ ਪਰਮੇਸ਼ਰ ਹੈ, ਜਿਸ ਗੁਰਮੁਖ ਜਾਨੇ ਆਪਣੇ ਚਿੱਤ ਵਿੱਚ ਉਸ ਦਾ ਨਾਮ ਕਹਿਆ ਭਾਵ ਉਚਾਰਿਆ ਹੈ। ਕੋਟ ਅਪਰਾਧ ਮਿਟੈ ਖਿਨ ਭੀਤਰ। ਉਸ ਗੁਰਮੁਖ ਜਾਨੇ ਇੱਕ ਖਿਨ ਵਿੱਚ ਹੀ ਜਨਮਾਂ ਜਨਮਾਤਰਾ ਅੰਦਰ ਕੀਤੇ ਕਰੋੜਾਂ ਹੀ ਗੁਨਾਹ ਮੇਟ ਲਏ। ਮਹਾਰਾਜ ਨੇ ਉਸ ਦੇ ਨਾਸ਼ ਕਰ ਦਿੱਤੇ ਹਨ ਵਾਹਿਗੁਰੂ ਦੀ ਕਿਰਪਾ ਨਾਲ। ਸੋ ਜਨਮਾਂ ਜਨਮਾਤਰਾ ਦੇ ਕਰੋੜਾਂ ਹੀ ਗੁਨਾਹ ਉਹਦੇ ਮਿਟ ਜਾਂਦੇ, ਨਾਸ਼ ਹੋ ਜਾਂਦੇ ਨੇ। ਤਾਕਾ ਦੁਖ ਨਾ ਰਹਿਓ। ਅਤੇ ਤਿਸ ਦਾ ਜੰਮਣ ਮਰਨ ਦਾ ਦੁੱਖ ਵੀ ਕੋਈ ਨਹੀਂ ਰਹਿੰਦਾ। ਰਹਾਓ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਖੋਜਤ ਖੋਜਤ ਭਇਓ ਬੈਰਾਗੀ। ਵੇਦਾਂ ਨੂੰ ਖੋਜਦਿਆਂ, ਸ਼ਾਸਤਰਾਂ ਨੂੰ ਖੋਜਦਿਆਂ ਮਨ ਵੈਰਾਗ ਦੇ ਸਹਿਤ ਹੋ ਗਿਆ ਹੈ। ਇਸੇ ਪ੍ਰਕਾਰ ਖੋਜਤ ਖੋਜਤ ਭਇਓ ਬੈਰਾਗੀ। ਪ੍ਰਭੂ ਨੂੰ ਖੋਜਦਿਆਂ ਖੋਜਦਿਆਂ ਮਨ ਵੈਰਾਗਵਾਨ ਹੋ ਗਿਆ ਹੈ। ਸਾਧੂ ਸੰਗ ਲਹਿਓ। ਅਤੇ ਸ੍ਰੇਸ਼ਟ ਜਨਾਂ ਦੀ ਸੰਗਤ ਦੁਆਰਾ ਉਸ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ। ਸਗਲ ਤਿਆਗ ਇਕਲਿਵ ਲਾਗੀ। ਹੋਰ ਸਾਰੇ ਆਸਰੇ ਛੱਡ ਕੇ ਇੱਕ ਵਾਹਿਗੁਰੂ ਵਿੱਚ ਚਿੱਤ ਦੀ ਬਿਰਤੀ ਲੱਗ ਗਈ ਹੈ। ਹਰ ਹਰ ਚਰਨ ਗਹਿਓ। ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਦੇ ਪੂਜਨੀਕ ਚਰਨਾਂ ਨੂੰ ਜਾਂ ਅਧਿਸ਼ਟਾਨ ਸਰੂਪ ਰੂਪੀ ਚਰਨਾਂ ਨੂੰ ਗਹਿਓ ਪਕੜ ਲਿਆ ਹੈ। ਕਹਿਤ ਮੁਕਤ ਸੁਨਤੇ ਨਿਸਤਾਰੇ। ਪਰਮੇਸ਼ਰ ਦਾ ਨਾਮ ਮੁਖ ਦੁਆਰਾ ਕਹਿਣ ਵਾਲੇ ਮੁਕਤ ਹੋ ਗਏ ਨੇ ਅਤੇ ਸ਼ਰਧਾ ਤੇ ਵਿਸ਼ਵਾਸ ਰੂਪ ਕੰਨਾਂ ਨਾਲ ਨਾਮ ਨੂੰ ਸੁਣਨ ਵਾਲੇ ਵੀ ਪ੍ਰਭੂ ਨੇ ਸੰਸਾਰ ਸਮੁੰਦਰ ਤੋਂ ਤਾਰ ਦਿੱਤੇ ਹਨ। ਜੋ ਜੋ ਸਰਣ ਪਇਓ। ਇਉਂ ਜੋ ਜੋ ਵੀ ਪਰਮੇਸ਼ਰ ਦੀ ਸ਼ਰਨ ਓਟ ਵਿੱਚ ਪਿਆ ਹੈ, ਪਰਮੇਸ਼ਰ ਨੇ ਉਹਨਾਂ ਸਭਨਾਂ ਦਾ ਉਧਾਰ ਕੀਤਾ ਹੈ। ਸਿਮਰ ਸਿਮਰ ਸੁਆਮੀ ਪ੍ਰਭ ਆਪਣਾ। ਸਤਿਗੁਰੂ ਸੱਚੇ ਪਾਤਸ਼ਾਹ ਜੋ ਸਾਡੇ ਮਾਲਕ ਨੇ, ਜਦੋਂ ਸਿਮਰਨ ਯੋਗ ਮਾਲਕ ਪਰਮੇਸ਼ਰ ਨੂੰ ਆਪਣਾ ਜਾਣ ਕੇ ਸਿਮਰਨ ਕੀਤਾ। ਕਹੋ ਨਾਨਕ ਅਨੰਦ ਪਾਇਓ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਕਿ ਉਦੋਂ ਵਾਹਿਗੁਰੂ ਦੀ ਪ੍ਰਾਪਤੀ ਕਰਕੇ ਪੂਰਨ ਆਨੰਦ ਪ੍ਰਾਪਤ ਹੋ ਗਿਆ ਹੈ। ਨਟ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨਟ ਰਾਗ ਵਿੱਚ ਸ਼ੋਭਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਚਰਨ ਕਮਲ ਸੰਗ ਲਾਗੀ ਡੋਰੀ। ਇਹ ਪਰਮੇਸ਼ਰ ਪੁੰਨਾਂ ਦੇ ਪਾਪਾਂ ਦੇ ਪਾਣੀ ਤੋਂ ਮੁਕਤ ਰੱਖਣ ਵਾਲੇ
ਜਾਂ ਚਿੱਤ ਨੂੰ ਖਿਡਾਉਣ ਵਾਲੇ ਆਪ ਜੀ ਦੇ ਚਰਨ ਕਮਲਾਂ ਨਾਲ ਮੇਰੀ ਪ੍ਰੀਤੀ ਮੇਰੀ ਬਿਰਤੀ ਲੱਗ ਗਈ ਹੈ। ਸੁਖ ਸਾਗਰ ਕਰ ਪਰਮ ਗਤ ਮੋਰੀ। ਇਹ ਸੁੱਖਾਂ ਦੇ ਸਮੁੰਦਰ ਪਰਮੇਸ਼ਰ ਮੇਰੀ ਕਲਿਆਣ ਮੁਕਤੀ ਕਰੋ ਜੀ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਅੰਚਲਾ ਗਹਾਇਓ ਜਨ ਆਪਣੇ ਕਉ। ਇਹ ਪਰਮੇਸ਼ਰ ਜੋ ਤੂੰ ਆਪ ਦੇ ਸੇਵਕ ਨੂੰ ਸਤ ਸੰਗਤ ਨਾਮ ਰੂਪ ਪੱਲਾ ਪਕੜਾਇਆ ਹੈ। ਮਨ ਵਿਧੋ ਪ੍ਰੇਮ ਕੀ ਖੋਰੀ। ਇਸੇ ਕਰਕੇ ਮੇਰਾ ਜੋ ਮਨ ਹੈ ਪ੍ਰੇਮ ਦੀ ਖੁਮਾਰੀ ਵਿੱਚ ਬੰਨ੍ਹਿਆ ਗਿਆ ਮਿਲ ਗਿਆ ਹੈ, ਜਾਂ ਮਨ ਪ੍ਰੇਮ ਦੀ ਖੁਰਾਕ ਵਿੱਚ ਮਸਤ ਹੋ ਗਿਆ ਹੈ। ਜਸ ਗਾਵਤ ਭਗਤ ਰਸ ਉਪਜਿਓ। ਇਹ ਪਰਮੇਸ਼ਰ ਆਪ ਜੀ ਦਾ ਜਸ ਕੀਰਤਨ ਗਾਉਂਦਿਆਂ ਗਾਉਂਦਿਆਂ ਆਪ ਜੀ ਦੇ ਪ੍ਰੇਮਾ ਭਗਤੀ ਦਾ ਪ੍ਰੇਮ ਹਿਰਦੇ ਵਿੱਚ ਉਤਪਨ ਹੋ ਗਿਆ ਹੈ। ਮਾਇਆ ਕੀ ਜਾਲੀ ਤੋਰੀ। ਹਰ ਤੇਰੀ ਪ੍ਰੇਮਾ ਭਗਤੀ ਦੇ ਪ੍ਰਤਾਪ ਨੇ ਮਾਇਆ ਦੇ ਮੋਹ ਦੀ ਫਾਹੀ ਵੀ ਤੋੜ ਦਿੱਤੀ ਹੈ। ਪੂਰਨ ਪੂਰ ਰਹੇ ਕਿਰਪਾ ਨਿਦ। ਇਹ ਕਿਰਪਾ ਦਇਆ ਦੇ ਸਮੁੰਦਰ ਪਰਮੇਸ਼ਰ ਤੂੰ ਸਾਰਿਆਂ ਦੀ ਪੂਰਤੀ ਕਰਨ ਵਾਲਾ ਅਤੀ ਆਕਾਸ਼ ਦੀ ਤਰ੍ਹਾਂ ਵਿਆਪਕ ਹੋ ਰਿਹਾ ਹੈ। ਆਨਨ ਪੇਖੋ ਹੋਰੀ। ਇਸ ਲਈ ਮੈਂ ਆਪ ਜੀ ਤੋਂ ਬਗੈਰ ਹੋਰ ਅਸਥਾਨ ਵਿੱਚ ਕਿਸੇ ਹੋਰ ਨੂੰ ਵੀ ਵੇਖਣਾ ਨਹੀਂ ਕਰਦਾ, ਜਾਂ ਹੋਰ ਦੇਵੀ ਦੇਵਤਿਆਂ ਦੇ ਪਾਸੇ ਵੇਖਣ ਤੋਂ ਬਿਰਤੀ ਹੋੜ ਲਈ ਪਾ ਮੋੜ ਲਈ ਹੈ। ਨਾਨਕ ਮੇਲ ਲਿਓ ਦਾਸ ਆਪਣਾ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਕਿ ਹੇ ਪਰਮੇਸ਼ਰ ਤੂੰ ਦਇਆ ਦ੍ਰਿਸ਼ਟੀ ਕਰਕੇ ਮੈਨੂੰ ਆਪ ਦਾ ਦਾਸ ਜਾਣ ਕੇ ਆਪਣੇ ਸਰੂਪ ਦੇ ਨਾਲ ਮੇਲ ਲਿਆ ਹੈ। ਪ੍ਰੀਤ ਨਾ ਕਬਹੂ ਥੋਰੀ। ਹੁਣ ਕਦੇ ਵੀ ਥੋੜੀ ਪ੍ਰੀਤੀ ਨਹੀਂ ਹੁੰਦੀ, ਭਾਵ ਕਦੇ ਵੀ ਪ੍ਰੀਤੀ ਘਟਦੀ ਨਹੀਂ ਹੈ, ਬਹੁਤੀ ਤੋਂ ਬਹੁਤੀ ਵੱਧ ਹੀ ਜਾਂਦੀ ਹੈ। ਨਾਟ ਮਹੱਲਾ ਪੰਜਵਾ। ਨਾਟ ਰਾਗ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਹਨ। ਮੇਰੇ ਮਨ ਮੇਰੇ ਪਿਆਰੇ ਮਨਾ ਜਪ ਜਪ ਹਰ ਨਾਰਾਇਣ। ਜਪਣੇ ਜੋਗ ਹਰੀ ਪਰਮੇਸ਼ਰ ਦੇ ਨਾਮ ਨੂੰ ਜਪਿਆ ਕਰ, ਜਾਂ ਜਿਸ ਹਰੀ ਪਰਮੇਸ਼ਰ ਦਾ ਚਾਰੇ ਯੁਗਾਂ ਦੇ ਜੀਵ ਜਾਪ ਕਰਦੇ ਨੇ ਅਤੇ ਜਿਸ ਵਿੱਚ ਨਾਰਾਇਣ ਅਵਿਦਿਆ ਰੂਪ ਰਾਤ ਨਹੀਂ ਹੈ, ਜਾਂ ਜਿਸ ਵਿੱਚ ਕਾਮ ਕ੍ਰੋਧ ਆਦਿਕ ਵਿਸ਼ਿਆਂ ਦਾ ਘਰ ਵੀ ਨਹੀਂ ਹੈ, ਉਸ ਦੇ ਨਾਮ ਨੂੰ ਜਪਿਆ ਕਰ। ਕਬਹੂ ਨਾ ਬਿਸਰਹੁ ਮਨ ਮੇਰੇ ਤੇ। ਜਗਿਆਸੂ ਮੁਖ ਦੁਆਰਾ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦੇ ਨੇ, हे ਪਰਮੇਸ਼ਰ ਮੇਰੇ ਮਨ ਤੋਂ ਕਦੇ ਵੀ ਨਾ ਭੁੱਲੋ। ਆਠ ਪਹਿਰ ਗੁਣ ਗਾਇਣ। ਮੈਂ ਅੱਠ ਪਹਿਰ ਤੇਰੇ ਗੁਣਾਂ ਨੂੰ ਗਾਉਂਦਾ ਰਹਾ, ਐਸੀ ਕਿਰਪਾ ਕਰਹੁ ਪ੍ਰਭ ਮੇਰੇ, ਹਰ ਨਾਨਕ ਬਿਸਰ ਨਾ ਕਾਹੂ ਬੇਰੇ। ਰਹਾਉ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਹਨ। ਸਾਧੂ ਧੂਰਾ ਕਰੋ ਨਿਤ ਮੱਝਨ। ਇਹ ਪਰਮੇਸ਼ਰ ਮੈਂ ਸ੍ਰੇਸ਼ਟ ਮਹਾਤਮਾ ਜਨਾਂ ਜਾਂ ਗੁਰਾਂ ਦੀ ਚਰਨ ਧੂੜੀ ਵਿੱਚ ਨਿਤਾ ਪ੍ਰਤੀ ਪੁਰਬ ਦਾ ਇਸ਼ਨਾਨ ਕਰਦਾ ਰਹਾ। ਸਭ ਕਿਲ ਬਿਖ ਪਾਪ ਗਵਾਇਨ। ਜੋ ਕਿ ਚਾਰ ਪ੍ਰਕਾਰ ਦੇ ਪਾਪ, ਵਜਰ ਪਾਪ ਤੇ ਸਾਰੇ ਸਮਾਨ ਪਾਪ, ਇਹਨਾਂ ਨੂੰ ਗਵਾਉਣੇ ਪਾਪ ਮਿਟਣ ਵਾਲੀ ਹੈ। ਐਸੇ ਸੰਤਾਂ ਦੇ ਚਰਨਾਂ ਦੀ ਧੂੜੀ ਨੂੰ ਮੈਂ ਪ੍ਰਾਪਤ ਕਰਕੇ ਉਹਦੇ ਵਿੱਚ ਇਸ਼ਨਾਨ ਕਰਾਂ। ਪੂਰਨ ਪੂਰ ਰਹੇ
ਨਿਧ हे दया ਦੇ ਸਮੁੰਦਰ ਪਰਮੇਸ਼ਰ, ਆਪ ਜੀ ਪੂਰਨ ਆਕਾਸ਼ ਦੀ ਤਰ੍ਹਾਂ ਪੂਰਨ ਵਿਆਪਕ ਹੋ ਰਹੇ ਹੋ। ਘਟ ਘਟਾਂ ਦਿਸ਼ਟ ਸਮਾਇਣ ਅਤੇ ਚਾਰ ਖਾਣੀਆਂ ਦੇ ਘਟਾਂ ਘਟਾਂ ਵਿੱਚ ਆਪ ਹੀ ਦ੍ਰਿਸ਼ਟਾ ਰੂਪ ਹੋ ਕੇ ਵੇਖਣਾ ਕਰਦੇ ਹੋ ਅਤੇ ਆਪ ਹੀ ਸਾਰਿਆਂ ਵਿੱਚ ਸਮਾਏ ਹੋਏ ਹੋ। ਇਸੇ ਪ੍ਰਕਾਰ ਪੂਰਨ ਪੂਰ ਰਹੇ ਕਿਰਪਾ ਨਿਧ ਤੂੰ ਚਾਰ ਖਾਣੀਆਂ ਦੇ ਘਟਾਂ ਘਟਾਂ ਦੇ ਵਿੱਚ ਪਰਿਪੂਰਨ ਹੋ ਰਹੀ ਹੈ। ਇਹ ਕਿਰਪਾ ਦੇ ਸਮੁੰਦਰ ਜਿਨ੍ਹਾਂ ਨੂੰ ਤੂੰ ਇਹ ਦ੍ਰਿਸ਼ਟੀ ਦਿੱਤੀ ਹੈ, ਆਪ ਦੀ ਕਿਰਪਾ ਕਰਕੇ ਘਟ ਘਟ ਦਿਸ਼ਟ ਸਮਾਇਣ ਉਹ ਸਾਰਿਆਂ ਦੇ ਵਿੱਚ ਤੈਨੂੰ ਸਮਾਇਆ ਹੋਇਆ ਵੇਖ ਕੇ ਉਹ ਤੇਰੇ ਸਰੂਪ ਦੇ ਵਿੱਚ ਹੀ ਅੰਤ ਨੂੰ ਸਮਾ ਜਾਂਦੇ ਨੇ। ਉਹਨਾਂ ਦੀ ਬਿਰਤੀ ਤੇਰੇ ਸਰੂਪ ਦੇ ਵਿੱਚ ਇਸ ਤਰ੍ਹਾਂ ਵੇਖ ਕੇ ਲੀਨ ਹੋ ਜਾਂਦੀ ਹੈ। ਜਾਪ ਤਾਪ ਕੋਟ ਲਖ ਪੂਜਾ ਇਹ ਪਰਮੇਸ਼ਰ ਕਰੋੜਾਂ ਹੀ ਜਪ ਦੇਵਤਿਆਂ ਦੇ ਮੰਤਰ ਪੜ੍ਹ ਕੇ ਜਪ ਕਰਨਾ ਤੇ ਕਰੋੜਾਂ ਹੀ ਤਪ ਧੂਣੀਆਂ ਤਪਾਉਣੀਆਂ ਆਦਿਕ ਤੇ ਲੱਖ ਪੂਜਾ ਲੱਖਾਂ ਪ੍ਰਕਾਰ ਦੀ ਪੂਜਾ ਆਦਿਕ ਹਰ ਸਿਮਰਨ ਤੁਲ ਨਾ ਲਾਇਣ ਇਹ ਹਰੀ ਪਰਮੇਸ਼ਰ, ਇਹ ਸਭ ਚੀਜ਼ਾਂ ਤੇਰੇ ਸਿਮਰਨ ਭਜਨ ਦੇ ਬਰਾਬਰ ਨਹੀਂ ਲਾਈਆਂ ਜਾ ਸਕਦੀਆਂ। ਨਾਮ ਤੁਲ ਕਛ ਅਵਰ ਨ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਦੋਇ ਕਰ ਜੋੜ ਨਾਨਕ ਦਾਨ ਮੰਗੈ ਸਤਿਗੁਰੂ ਸਾਹਿਬ ਜੀ ਕਦਰ ਕਰਦੇ ਨੇ ਕਿ ਹੇ ਪਰਮੇਸ਼ਰ, ਮੈਂ ਦੋਵੇਂ ਹੱਥ ਜੋੜ ਕੇ ਇਹੀ ਦਾਨ ਮੰਗਦਾ ਹਾਂ ਕਿ ਤੇਰੇ ਦਾਸਨ ਦਾਸ ਦਸਾਇਣ ਸੋ ਜੋ ਤੇਰੇ ਦਾਸਾਂ ਦੇ ਦਾਸ ਨੇ, ਉਹਨਾਂ ਦਾ ਮਨ ਬਾਣੀ ਸਰੀਰ ਕਰਕੇ ਮੈਂ ਸੇਵਕ ਸਦਾਵਾਂ, ਜਾਂ ਉਹਨਾਂ ਤੇਰੇ ਸੇਵਕਾਂ ਦੇ ਸੇਵਕਾਂ ਤੋਂ ਤੇਰੀ ਪ੍ਰਾਪਤੀ ਦਾ ਉਪਦੇਸ਼ ਪੁੱਛਾਂ। ਨਟ ਮਹੱਲਾ ਪੰਜਵਾ ਨਟ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਮੇਰਾ ਸਰਬ ਸੋ ਨਾਮ ਨਿਧਾਨ ਪਰਮੇਸ਼ਰ ਦਾ ਨਾਮ ਰੂਪ ਖਜ਼ਾਨਾ ਹੀ ਮੇਰਾ ਸਰਬੰਸ ਹੈ। ਕਰ ਕਿਰਪਾ ਸਾਧੂ ਸੰਗ ਮਿਲਿਓ ਜਦੋਂ ਪਰਮੇਸ਼ਰ ਨੇ ਕਿਰਪਾ ਦਇਆ ਦ੍ਰਿਸ਼ਟੀ ਕੀਤੀ ਤਾਂ ਸ੍ਰੇਸ਼ਟ ਜਨਾਂ ਦੀ ਸੰਗਤ ਨਾਲ ਮਿਲਣਾ ਕੀਤਾ। ਸਤਿਗੁਰ ਦੀਨੋ ਦਾਨ ਅਤੇ ਫਿਰ ਸਤਿਗੁਰੂ ਨੇ ਨਾਮ ਬ੍ਰਹਮ ਗਿਆਨ ਦਾ ਦਾਨ ਦੇਣਾ ਕੀਤਾ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ, ਸੁਖ ਦਾਤਾ ਦੁਖ ਭੰਜਨ ਹਾਰਾ ਜੋ ਸੁੱਖਾਂ ਨੂੰ ਦੇਣ ਵਾਲਾ ਤੇ ਸਾਰੇ ਦੁੱਖਾਂ ਨੂੰ ਭੰਨਣ ਭਾਵ ਨਾਸ਼ ਕਰਨ ਵਾਲਾ ਪਰਮੇਸ਼ਰ ਹੈ। ਗਾਓ ਕੀਰਤਨ ਪੂਰਨ ਗਿਆਨ ਉਸ ਦੇ ਗੁਣਾਂ ਨੂੰ ਕੀਰਤਨ ਵਿੱਚ ਪਾ ਕੇ ਗਾਉਣ ਨਾਲ ਪੂਰਨ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਜਾਂ ਗਿਆਨਵਾਨ ਹੋ ਜਾਈਦਾ ਹੈ। ਕਾਮ ਕ੍ਰੋਧ ਲੋਭ ਖੰਡ ਖੰਡ ਕੀਨੇ ਕਾਮ ਕ੍ਰੋਧ ਲੋਭ ਆਦਿਕ ਵਿਕਾਰ ਟੋਟੇ ਟੋਟੇ ਕਰ ਦਿੱਤੇ ਜਾਂ ਗਿਆਨ ਰੂਪ ਖੰਡੇ ਨਾਲ ਖੰਡਣਾ ਕੀਤੇ ਹਨ। ਬਿਨ ਸਿਓ ਮੂੜ ਅਭਮਾਨ ਅਤੇ ਮੂਰਖਤਾ ਹੀ ਪੈਦਾ ਕਰਨ ਵਾਲਾ ਹੰਕਾਰ ਵੀ ਨਾਸ਼ ਹੋ ਗਿਆ ਹੈ। ਕਿਆ ਗੁਣ ਤੇਰੇ ਆਖ ਵਖਾਣਾ ਸੋ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਸਾਕੋ
ਤੂੰ ਠਾਕੁਰ ਊਜ ਭਗਵਾਨਾ। ਮੈਂ ਤੇਰੇ ਕਿਹੜੇ ਕਿਹੜੇ ਗੁਣ ਉਪਕਾਰ ਆਪਦੇ ਮੁਖ ਦੁਆਰਾ ਕਥਨ ਕਰਕੇ ਦੱਸਾਂ। ਪ੍ਰਭ ਅੰਤਰ ਜਾਮੀ ਜਾਨ, ਇਹ ਅੰਦਰ ਜਾਮੀ ਪਰਮਾਤਮਾ, ਅਸੀਂ ਤੈਨੂੰ ਘਟਾ ਘਟਾਂ ਦੀ ਜਾਣਨ ਵਾਲਾ ਗਿਆਨ ਸਰੂਪ ਜਾਣਿਆ ਹੈ। ਚਰਨ ਕਮਲ ਸਰਨ ਸੁਖ ਸਾਗਰ, ਇਹ ਸੁੱਖਾਂ ਦੇ ਸਮੁੰਦਰ ਪਰਮੇਸ਼ਰ, ਮੈਂ ਤੇਰੇ ਚਰਨ ਕਮਲਾਂ ਦੀ ਓਟ ਵਿੱਚ ਆਇਆ ਹਾਂ। ਨਾਨਕ ਸਦ ਕੁਰਬਾਨ, ਮੈਂ ਤੇਰੇ ਉੱਪਰੋਂ ਹਮੇਸ਼ਾ ਕੁਰਬਾਨ ਬਲਿਹਾਰ ਜਾਂਦਾ ਹਾਂ। ਨਟ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨਟ ਰਾਗ ਵਿੱਚ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਹਉ ਵਾਰ ਵਾਰ ਜਾਓ ਗੁਰ ਗੋਪਾਲ, ਹੇ ਗੁਰੂ ਅਕਾਲ ਪੁਰਖ ਜੀ, ਮੈਂ ਤੇਰੇ ਤੋਂ ਵਾਰ ਨੇ ਬਲਿਹਾਰ ਨੇ ਜਾਂਦਾ, ਰੋਮ ਰੋਮ ਕਰਕੇ ਹਰੇਕ ਦਿਨਾਂ ਵਿੱਚ ਤੇਰੇ ਤੋਂ ਕੁਰਬਾਨ ਜਾਂਦਾ ਹਾਂ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਮੋਹ ਨਿਰਗੁਣ ਤੁਮ ਪੂਰਨ ਦਾਤੇ, ਮੈਂ ਗੁਣਾਂ ਤੋਂ ਰਹਿਤਾ ਤੇ ਤੂੰ ਸਾਰੇ ਗੁਣਾਂ ਕਰਕੇ ਲਬਾਲਾ ਭਰਿਆ ਹੋਇਆ ਹੈ ਅਤੇ ਰੋਜ਼ੀ ਦਾ ਦਾਤਾ ਹੈ। ਬ੍ਰਹਮ ਗਿਆਨ ਆਦਿਕ ਦੀਆਂ ਦਾਤਾਂ ਦੇ ਦੇਣ ਵਾਲਾ ਦਾਤਾਰ ਪੁਰਖ ਹੈ। ਦੀਨਾਨਾਥ ਦਿਆਲ, ਹੇ ਗਰੀਬਾਂ ਦੇ ਮਾਲਕ ਅਤੇ ਦਇਆ ਦੇ ਘਰ ਪਰਮੇਸ਼ਰ, ਮੈਂ ਸਤ ਸੰਤੋਖ ਦਇਆ ਧਰਮ ਆਦਿਕ ਗੁਣਾਂ ਤੋਂ ਰਹਿਤ ਤੇ ਤੂੰ ਸਾਰੇ ਗੁਣਾਂ ਕਰਕੇ ਲਬਾਲਾ ਭਰਿਆ ਹੋਇਆ ਹੈ। हे महाराज, हम निर्गुण तुम पूर्ण दाते, सो असी निर्गुणहारी हैं, तुम परिपूर्ण है। महाराज, हम मैले तुम उजल करते, हम निर्गुण तुम दाता, हम मूर्ख तुम चतुर सियाणे, तुम सर्व कला का ज्ञाता। माधो हम ऐसे तू ऐसा, सो हम पापी तुम पाप खंडन, नीको ठाकुर देसा। असी पापी हाँ, हम पापी, तू बख्शनहार, तू बख्शन वाला बख्शिंद पिता है जी। ਉਠਤਾ ਬੈਠਤਾ ਸੋਵਤਾ ਜਾਗਤ, हे परमेश्वर, ਉੱਠਦੀਆਂ ਬੈਠਦੀਆਂ ਸੌਂਦੀਆਂ ਜਾਗਦੀਆਂ ਤੇਰਾ ਨਾਮ ਜਪਦੇ ਹਾਂ। ਜੀ ਪ੍ਰਾਨ ਧਨ ਮਾਲ, ਅਤੇ ਜ਼ਿੰਦਗੀ ਪ੍ਰਾਣ ਸਵਾਸਾਂ ਤੇ ਧਨ ਮਾਲ ਹਾਥੀ ਘੋੜੇ ਆਦਿਕ ਸਭ ਕੁਝ ਤੇਰਾ ਸਿਮਰਨ ਹੀ ਅਸਾਂ ਨੇ ਸਮਝੀਐ। ਇਸੇ ਪ੍ਰਕਾਰ ਉਠਤ ਬੈਠਤ ਸੋਵਤ ਜਾਗਤ, ਸੰਸਾਰ ਤੋਂ ਉਪਰਾਮ ਹੋਣ ਰੂਪ ਉੱਠਦੀਆਂ, ਸਮਾਧੀ ਵਿੱਚ ਬੈਠਦੀਆਂ, ਨਿਰਵਿਕਲਪ ਸਮਾਧੀ ਵਿੱਚ ਸੌਂਦੀਆਂ ਭਾਵ ਜੁੜਦੀਆਂ, ਗਿਆਨ ਅਵਸਥਾ ਵਿੱਚ ਜਾਗਦੀਆਂ, ਜ਼ਿੰਦਗੀ ਪ੍ਰਾਣ ਤੇ ਸਰਵਣ ਮਨਨ ਅਧਿਆਸਨ ਰੂਪ ਧਨ ਮਾਲ ਆਦਿਕ ਸਭ ਕੁਝ ਤੇਰਾ ਸਿਮਰਨ ਹੀ ਅਸਾਂ ਨੇ ਸਮਝਿਆ ਹੈ। ਜੀ ਪ੍ਰਾਨ ਧਨ ਮਾਲ, ਜ਼ਿੰਦਗੀ ਪ੍ਰਾਣ ਤੇ ਸਰਵਣ ਮੰਨਣ ਅਧਿਆਸਨ ਰੂਪ ਧਨ ਮਾਲ ਆਦਿਕ ਸਭ ਕੁਝ ਤੇਰਾ ਸਿਮਰਨ ਹੀ ਅਸਾਂ ਨੇ ਸਮਝਿਆ ਹੈ ਜੀ। ਦਰਸ਼ਨ ਪਿਆਸ ਬਹੁਤ ਮਨ ਮੇਰਾ, हे ਪਰਮੇਸ਼ਰ, ਮੇਰੇ ਮਨ ਮੇਰੇ ਹਿਰਦੇ ਵਿੱਚ ਤੇਰੇ ਦਰਸ਼ਨ ਦੀਦਾਰਿਆਂ ਦੀ ਅਤਿਅੰਤ ਪਿਆਸ ਇੱਛਾ ਲੱਗੀ ਹੋਈ ਹੈ। ਨਾਨਕ ਦਰਸ਼ਨ ਹਾਲ, ਇਸ ਲਈ हे ਪਰਮੇਸ਼ਰ, ਮਹਾਰਾਜ ਕਥਨ ਕਰਦੇ, ਮੈਨੂੰ ਤੋਂ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਪ੍ਰਸੰਨ ਕਰ ਜੀ। ਨਟ ਪੜਤਾਲ ਮਹੱਲਾ ਪੰਜਵਾ। ਨਟ ਰਾਗ ਦੇ ਅੰਦਰ
ਪੜਤਾਲ ਛੰਦ ਵਿੱਚ ਪੰਜਵੇਂ ਸਰੂਪ। ਸੋ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਉਪਦੇਸ਼ ਉਚਾਰ ਰਹੇ ਹਨ। ਏਕੋ ਓੰਕਾਰ ਵਸਤੂ ਨਿਰਦੇਸ਼ ਮੰਗਲ ਕਰਦਿਆਂ ਉਚਾਰਨ ਕਰਦੇ ਨੇ ਇੱਕ ਅਦੁੱਤੀ ਪਰਮੇਸ਼ਰ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਤੇ ਹਾਂਜੀ ਸਤਿਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਕੋ ਹੈ ਮੇਰੋ ਸਾਜਨ ਮੀਤ ਹੇ ਭਾਈ ਕੋਈ ਹੈ ਅਜਿਹਾ ਮੇਰਾ ਮਨ ਦਾ ਸੱਜਣ ਤੇ ਬਾਣੀ ਤੇ ਸਰੀਰ ਦਾ ਮਿੱਤਰ, ਜਾਂ ਮਨ ਬਾਣੀ ਸਰੀਰ ਦਾ ਸੱਜਣ ਤੇ ਲੋਕ ਪਰਲੋਕ ਦਾ ਮਿੱਤਰ ਹੈ ਕੋਈ? ਹਰ ਨਾਮ ਸੁਨਾਵੈ ਨੀਤ ਜਿਹੜਾ ਨਿਤਾ ਪ੍ਰਤੀ ਹਰੀ ਪਰਮੇਸ਼ਰ ਦੇ ਨਾਮ ਨੂੰ ਸੁਣਾਉਣਾ ਕਰੇ। ਬਿਨਸਾ ਦੁਖ ਵਿਪਰੀਤ ਸਤਿਗੁਰੂ ਜੀ ਹਰ ਰੋਜ਼ ਨਾਮ ਸੁਣਾਉਣ ਕਰਕੇ ਕੀ ਲਾਭ ਪ੍ਰਾਪਤ ਹੁੰਦਾ ਹੈ? ਤਾਂ ਮਹਾਰਾਜ ਉੱਤਰ ਬਖਸ਼ਦੇ ਨੇ ਕਿ ਪਰਮੇਸ਼ਰ ਦਾ ਹਰ ਰੋਜ਼ ਨਾਮ ਸੁਣਨੇ ਕਰਕੇ ਜਮਨ ਮਰਨ ਦਾ ਦੁੱਖ ਅਤੇ ਵਿਪਰਜੇ ਭਾਵਨਾ ਨਾਸ਼ ਹੋ ਜਾਂਦੀ ਹੈ। ਸਭ ਅਰ ਪਾਉ ਮਨ ਤਨ ਚੀਤ ਇਹ ਜਗਿਆਸੂ ਜਨ ਨਾਮ ਸੁਣਨ ਵਾਲੇ ਨੂੰ ਕੀ ਭੇਟਾ ਦੇਵੇਂਗਾ? ਤਾਂ ਮਹਾਰਾਜ ਆਪੇ ਉੱਤਰ ਦਿੰਦੇ ਕਿ ਉਹਨੂੰ ਮੈਂ ਆਪਣਾ ਮਨ ਤੇ ਤਨ ਤੇ ਆਪਣੀ ਚਿਤਮਨੀ ਆਦਿਕ ਸਾਰਾ ਕੁਝ ਅਰਪ ਦੇਵਾਂਗਾ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਕੋਈ ਵਿਰਲਾ ਆਪਨ ਕੀਤ ਕੋਈ ਬਿਰਲਾ ਟਾਵਾਂ ਪੁਰਖ ਹੀ ਪਰਮੇਸ਼ਰ ਨੇ ਆਪ ਦਾ ਸੇਵਕ ਬਣਾਉਣਾ ਕੀਤਾ ਹੈ। ਸੰਗ ਚਰਨ ਕਮਲ ਮਨ ਸੀਤ ਜਿਸ ਦਾ ਪਰਮੇਸ਼ਰ ਦੇ ਚਰਨ ਕਮਲਾਂ ਨਾਲ ਨਿਮਰਤਾ ਰੂਪ ਸੂਈ ਵਿੱਚ ਪ੍ਰੇਮ ਰੂਪ ਧਾਗਾ ਪਾ ਕੇ ਸੀਤਾ ਹੋਇਆ ਹੈ, ਜਾਂ ਜਿਸ ਦਾ ਵਾਹਿਗੁਰੂ ਦੇ ਚਰਨ ਕਮਲਾਂ ਨਾਲ ਮਨ ਅੱਠੇ ਪੈਰ ਲਿਵ ਲਾ ਕੇ ਸੀਤਲ ਹੋਇਆ ਹੈ। ਮਨ ਜਿਹਦਾ ਸੀਤਾ ਹੋਇਆ ਹੈ ਜਾਂ ਸੀਤ ਸੋ ਠੰਡਾ ਹੋਇਆ ਹੈ। ਕਰ ਕਿਰਪਾ ਹਰ ਜਸ ਦੀਤ ਸੋ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਜਿਸ ਨੂੰ ਹਰੀ ਪਰਮੇਸ਼ਰ ਨੇ ਆਪਣਾ ਜਸ ਕੀਰਤਨ ਕਰਨਾ ਦਿੱਤਾ ਹੈ। ਹਾਰ ਭਜ ਜਨਮ ਪਦਾਰਥ ਜੀਤ ਸੋ ਹੇ ਭਾਈ ਗੁਰਮੁਖ ਜਨਾਂ ਨੇ ਹਰੀ ਪਰਮੇਸ਼ਰ ਦਾ ਭਜਨ ਕਰਕੇ ਆਪਣਾ ਮਨੁੱਖਾ ਜਨਮ ਰੂਪੀ ਪਦਾਰਥ ਜਿੱਤ ਲਿਆ ਹੈ। ਕੋਟ ਪਦਤ ਹੋਏ ਪਨੀਤ ਇਸ ਲਈ ਤੁਸੀਂ ਵੀ ਗੁਰਮੁਖਾਂ ਵਾਂਗ ਨਾਮ ਸਿਮਰਨ ਦੁਆਰਾ ਆਪਣਾ ਮਨੁੱਖਾ ਜਨਮ ਰੂਪੀ ਪਦਾਰਥ ਜਿੱਤੋ, ਜਿਸ ਪਰਮੇਸ਼ਰ ਦਾ ਸਿਮਰਨ ਕਰਕੇ ਕਰੋੜਾਂ ਜਨਮਾਂ ਵਿੱਚ ਪਾਪ ਕਰਮ ਕਰਨ ਵਾਲੇ ਪਾਪੀ ਜੀਵ ਵੀ ਪਵਿੱਤਰ ਹੋ ਜਾਂਦੇ ਹਨ। ਨਾਨਕ ਦਾਸ ਬਲ ਬਲ ਕੀਤ ਸਤਿਗੁਰੂ ਜੀ ਦਾਸਾ ਭਾਵ ਧਾਰ ਕੇ ਕਥਨ ਕਰਦੇ ਕਿ ਐਸੇ ਪਰਮੇਸ਼ਰ ਦਾ ਨਾਮ ਜਪਣ ਵਾਲੇ ਪੁਰਖਾਂ ਤੋਂ ਮੈਂ ਆਪਣਾ ਆਪ ਬਲਿਹਾਰ ਕੁਰਬਾਨ ਕੀਤਾ ਹੈ। ਨਟ ਅਸ਼ਟਪਦੀਆਂ ਮਹੱਲਾ ਚੌਥਾ ਚੌਥੇ ਪਾਤਸ਼ਾਹ ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨਟ ਰਾਗ ਦੇ ਵਿੱਚ ਅਸ਼ਟਪਦੀਆਂ ਉਚਾਰਨ ਕਰ ਰਹੇ ਹਨ। ਜਿਸ ਵਕਤ ਭਾਈ ਜੇਠਾ ਗੁਰੂ ਰਾਮਦਾਸ ਸਾਹਿਬ ਜੀ, ਜੇਠਾ ਨਾਮ ਵੱਡੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸੰਤਾਂ ਨੇ ਸਪਸ਼ਟ ਕੀਤਾ ਕਿ ਨਾਮ ਨਹੀਂ ਸੀਗਾ। ਉਂਝ ਵੱਡੇ ਨੂੰ ਜੇਠਾ ਕਹਿੰਦੇ ਨੇ। ਜੇ ਨਾਮ ਜੇਠਾ ਹੁੰਦਾ ਤਾਂ ਫਿਰ ਸਵਈਆਂ ਦੇ ਵਿੱਚ ਜਿਵੇਂ ਭੱਟਾਂ ਨੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਨਾਮ ਪਾਵਨ ਲਹਿਣਾ ਜੀ ਲਿਖਿਆ ਤੇ ਗੁਰੂ ਰਾਮਦਾਸ ਨੂੰ ਜੇਠਾ ਵੀ ਲਿਖਣਾ ਸੀਗਾ।
ਜਦ ਕਿ ਸਵਈਆਂ ਵਿੱਚ ਗੁਰਬਾਣੀ ਵਿੱਚ ਕਿਤੇ ਵੀ ਨਹੀਂ ਆਇਆ। ਇਸ ਲਈ ਨਾਮ ਸ਼ੁਰੂ ਤੋਂ ਗੁਰੂ ਰਾਮਦਾਸ ਸਾਹਿਬ ਸੀ। ਤੀਸਰੇ ਸਤਿਗੁਰਾਂ ਦੀ ਸੇਵਾ ਵਿੱਚ ਜਦ ਗੋਇੰਦਵਾਲ ਸਾਹਿਬ ਰਿਹਾ ਕਰਦੇ ਸਨ, ਉਸ ਸਮੇਂ ਇੱਕ ਵਾਰ ਸ੍ਰੀ ਗੁਰੂ ਰਾਮਦਾਸ ਜੀ ਦੇ ਮਾਤਾ ਦਇਆ ਕੌਰ ਜੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਸ੍ਰੀ ਗੋਇੰਦਵਾਲ ਸਾਹਿਬ ਤੋਂ ਲਾਹੌਰ ਲਿਜਾਣ ਲਈ ਆਏ। ਮਾਤਾ ਜੀ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਮਿਲ ਕੇ ਬਹੁਤ ਪਿਆਰ ਦਿੱਤਾ ਅਤੇ ਕਹਿਣ ਲੱਗੇ ਕਿ ਪੁੱਤਰ ਹੁਣ ਤੂੰ ਮੇਰੇ ਨਾਲ ਲਾਹੌਰ ਚੱਲ। ਤੇਰੇ ਪਿਤਾ ਦੇ ਜਾਣ ਤੋਂ ਬਾਅਦ ਮੇਰਾ ਇਕੱਲੀ ਦਾ ਚਿੱਤ ਬੜਾ ਉਦਾਸ ਰਹਿੰਦਾ। ਮਾਤਾ ਦੇ ਬਚਨ ਸੁਣ ਕੇ ਚੌਥੇ ਸਤਿਗੁਰੂ ਜੀ ਚੁੱਪ ਹੀ ਰਹੇ, ਕੁਝ ਵੀ ਨਾ ਬੋਲੇ। ਆਖਿਰ ਮਾਤਾ ਜੀ ਨੇ ਨਿਮਾਣਿਆਂ ਦੇ ਮਾਣ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਸਨਮੁਖ ਬੇਨਤੀ ਕੀਤੀ, ਇਹ ਸਤਿਗੁਰੂ ਜੀ ਸ੍ਰੀ ਗੁਰੂ ਰਾਮਦਾਸ ਜੀ ਦੇ ਪਿਤਾ ਜੀ ਚੜ੍ਹਾਈ ਕਰ ਗਏ ਨੇ, ਇਸ ਲਈ ਕੁਝ ਦਿਨਾਂ ਵਾਸਤੇ ਇਹਨਾਂ ਨੂੰ ਮੇਰੇ ਨਾਲ ਭੇਜ ਦਿਓ, ਮੈਂ ਆਪਣੇ ਪੁੱਤਰ ਨੂੰ ਵੇਖ ਕੇ ਹੀ ਜਿਉਂਦੀ ਹਾਂ। ਮਾਤਾ ਜੀ ਦੀ ਬੇਨਤੀ ਸੁਣ ਕੇ ਤੀਜੇ ਸਤਿਗੁਰਾਂ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਕਿਹਾ, ਹੇ ਪੁਰਖਾ, ਤੇਰੀ ਮਾਂ ਤੈਨੂੰ ਲੈਣ ਵਾਸਤੇ ਆਈ ਹੈ, ਇਸ ਲਈ ਤੂੰ ਆਪਦੀ ਮਾਂ ਨਾਲ ਲਾਹੌਰ ਜਾ ਕੇ ਆਪਣੇ ਹੋਰ ਸੰਬੰਧੀਆਂ ਨੂੰ ਵੀ ਮਿਲਿਆ, ਨਾਲੇ 4 ਦਿਨ ਰਹਿ ਆਈ, ਇਹਦਾ ਮਨ ਟਿਕ ਜਾਵੇਗਾ। ਗੁਰੂ ਸਾਹਿਬ ਜੀ ਦਾ ਹੁਕਮ ਸੁਣ ਕੇ ਸ੍ਰੀ ਗੁਰੂ ਰਾਮਦਾਸ ਜੀ ਨੇ ਕੁਝ ਵੀ ਉੱਤਰ ਨਾ ਦਿੱਤਾ। ਸਤਿਗੁਰਾਂ ਦਾ ਅਟੱਲ ਹੁਕਮ ਸਮਝ ਕੇ ਆਪਣਾ ਮਨ ਸਤਿਗੁਰਾਂ ਦੇ ਚਰਨਾਂ 'ਚ ਛੱਡ ਕੇ ਤੇ ਸਰੀਰ ਮਾਤਾ ਜੀ ਨਾਲ ਤੋਰ ਦਿੱਤਾ। ਲਾਹੌਰ ਪਹੁੰਚ ਕੇ ਸਾਰੇ ਸੰਬੰਧੀਆਂ ਨੂੰ ਮਿਲੇ ਤਾਂ ਸਹੀ ਸਰੀਰ ਕਰਕੇ, ਪਰ ਅੰਦਰੋਂ ਜਿਹੜਾ ਮਨ ਸੀ ਸਤਿਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਰਿਹਾ, ਉੱਥੇ ਪ੍ਰਸੰਨ ਨਹੀਂ ਸੀਗਾ। ਸਤਿਗੁਰਾਂ ਦੇ ਵਿਛੋੜੇ ਕਰਕੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਬਹੁਤ ਉਦਾਸ ਰਹਿੰਦੇ ਸਨ। ਕੋਈ ਕਿਸੇ ਨਾਲ ਗੱਲਬਾਤ ਨਹੀਂ ਕਰਦੇ ਤੇ ਇਕੱਲੇ ਨਵੇਕਲੇ ਥਾਂ ਬਿਰਾਜੀ ਰਿਹਾ ਕਰਨ। ਮਾਤਾ ਜੀ ਨੇ ਸਮਝਿਆ ਕਿ ਮੇਰਾ ਪੁੱਤ ਬਿਮਾਰ ਹੋ ਗਿਆ, ਇਸ ਲਈ ਇਹਨੂੰ ਕਿਸੇ ਹਕੀਮ ਨੂੰ ਦਿਖਾਉਣਾ ਚਾਹੀਦਾ। ਉਸ ਵੇਲੇ ਸਿਆਣੇ ਹੁੰਦੇ ਸਨ ਜ਼ਿਆਦੇ, ਉਹ ਵੈਦ ਹਕੀਮ, ਪੰਡਤ ਪੁੰਡਤ, ਮੌਲਵੀ, ਸੰਨਿਆਸੀ ਆਦਿਕ ਇਹੋ ਜਿਹੇ ਲੋਕ ਹੁੰਦੇ ਸੀਗੇ। ਇੱਕ ਸੰਨਿਆਸੀ ਹਕੀਮ ਦੇ ਇੱਕ ਜੋਗੀ ਹਕੀਮ ਨੂੰ ਬੁਲਾ ਕੇ ਸਤਿਗੁਰਾਂ ਦੇ ਕੋਲ ਲਿਆਂਦਾ ਤੇ ਮਾਤਾ ਜੀ ਕਹਿਣ ਲੱਗੀ, ਮੇਰਾ ਪੁੱਤ ਬਿਮਾਰ ਹੈ, ਇਹਦੀ ਨਬਜ਼ ਵੇਖ ਕੇ ਦੱਸੋ ਕਿ ਇਹਨੂੰ ਰੋਗ ਕੀ ਹੈ। ਉਸ ਵਕਤ ਦੋਹਾਂ ਨੇ ਮਿਲ ਕੇ ਸਤਿਗੁਰਾਂ ਦੀ ਨਬਜ਼ ਵੇਖੀ ਤੇ ਨਬਜ਼ ਵੇਖ ਕੇ ਕਹਿਣ ਲੱਗੇ ਵੀ ਇਹਨਾਂ ਨੂੰ ਬਿਮਾਰੀ ਤਾਂ ਕੋਈ ਵੀ ਨਹੀਂ ਹੈ, ਕਿਉਂਕਿ ਜੇ ਵਾਏ ਪਿੱਤ ਕਾਫ ਆਦਿਕ ਦਾ ਵਿਗਾੜ ਹੋਵੇ ਤਾਂ ਅਸੀਂ ਤਾਂ ਉਹਦੇ ਅਨੁਸਾਰ ਇਲਾਜ ਕਰੀਏ, ਇਹ ਤਾਂ ਆਪਣੇ ਕਿਸੇ ਖਿਆਲ ਦੇ ਵਿੱਚ ਰੰਗੇ ਹੋਏ ਨੇ। ਇਹ ਸੁਣ ਕੇ ਸਤਿਗੁਰੂ ਜੀ ਉੱਠ ਕੇ ਬੈਠ ਗਏ ਤੇ ਉਸ ਯੋਗੀ ਤੇ ਸੰਨਿਆਸੀ ਹਕੀਮ ਨੂੰ ਜੋ ਉਸ ਵੇਲੇ ਸ਼ਬਦ ਉਚਾਰਨ ਕਰਕੇ ਉਪਦੇਸ਼ ਦਿੱਤਾ ਤੇ ਜੋ ਉਸ ਵੇਲੇ ਦੀ ਸਤਿਗੁਰਾਂ ਦੀ ਆਪਣੀ ਅਵਸਥਾ ਸੀ, ਇਹਨਾਂ ਗੱਲਾਂ ਨੂੰ ਮੁੱਖ ਰੱਖਦਿਆਂ ਸਤਿਗੁਰੂ ਜੀ ਨੇ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕੇ ਰਾਗ ਨਟ ਨੈਣ ਦੀਆਂ ਅਸ਼ਟਪਦੀਆਂ ਉਚਾਰਨ ਕਰਕੇ ਸਰਬ ਸਾਂਝਾ ਸਾਧ ਸੰਗਤ ਜੀਓ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਜੋਗੀ ਹਕੀਮ ਤੇ ਸੰਨਿਆਸੀ ਹਕੀਮ ਇਹਨਾਂ ਦੋਵਾਂ ਦੇ ਪ੍ਰਥਾਏ 4 ਰਾਗਾਂ ਵਿੱਚ 6 ਅਸ਼ਟਪਦੀਆਂ ਉਚਾਰਨ ਕੀਤੀਆਂ ਨੇ। ਹੁਣ ਤਾਂ ਨਟ ਰਾਗ ਦੀ ਕਥਾ ਚੱਲ ਰਹੀ ਹੈ ਤੇ ਹੁਣ ਤਾਂ 6 ਹੀ ਅਸ਼ਟਪਦੀਆਂ ਆਉਣਗੀਆਂ, ਪਰ ਇਹਦੇ ਤੋਂ ਇਲਾਵਾ 4 ਰਾਗ ਹੋਰ ਨੇ। ਬਿਲਾਵਲ ਰਾਗ, ਨਟ ਨਾਰਾਇਣ ਦਾ ਆ ਹੈ, ਫਿਰ ਕਾਨੜਾ ਰਾਗ ਅੱਗੇ ਆਊਗਾ ਤੇ ਕਲਿਆਣ ਰਾਗ। ਬਿਲਾਵਲ ਰਾਗ ਦੀਆਂ 6 ਅਸ਼ਟਪਦੀਆਂ ਆਪ ਸਰਵਣ ਕਰ ਚੁੱਕੇ ਹੋ, ਨਟ ਨਾਰਾਇਣ ਦੀਆਂ ਹੁਣ ਸਰਵਣ ਕਰਨ ਜਾ ਰਹੇ ਹੋ ਤੇ ਕਾਨੜਾ ਰਾਗ ਤੇ ਕਲਿਆਣ ਰਾਗ ਦੀਆਂ ਅੱਗੇ 6 ਅਸ਼ਟਪਦੀਆਂ ਦੇ ਛੱਕੇ 2 ਵਾਰ ਆਉਣਗੇ। ਸੋ ਇਹਨਾਂ ਰਾਗਾਂ ਵਿੱਚ 6 ਅਸ਼ਟਪਦੀਆਂ ਉਚਾਰ ਕੇ ਇਹਨਾਂ ਦੋਹਾਂ ਨੂੰ ਉਪਦੇਸ਼ ਦੇ ਕੇ ਬ੍ਰਹਮ ਗਿਆਨ ਦੀ ਬਖਸ਼ਿਸ਼ ਕੀਤੀ ਸੀ। ਇਸੇ ਖਿਆਲ ਅਨੁਸਾਰ ਜੋ ਪ੍ਰਾਤਨ ਸਿੰਘ 6 ਅਸ਼ਟਪਦੀਆਂ ਬਿਲਾਵਲ ਰਾਗ ਦੀਆਂ, 6 ਨਟ ਨਾਰਾਇਣ ਦੀਆਂ, 6 ਅਸ਼ਟਪਦੀਆਂ ਕਾਨੜਾ ਰਾਗ ਦੀਆਂ, 6 ਅਸ਼ਟਪਦੀਆਂ ਕਲਿਆਣ ਰਾਗ ਦੀਆਂ
ਔਰ ਇਹਨਾਂ ਚੌਹਾਂ ਰਾਗਾਂ ਦੀਆਂ 6 ਚੌਕਾ 24 ਅਸ਼ਟਪਦੀਆਂ ਦਾ ਨਿਤਨੇਮ ਗੁਰਸਿੱਖ ਕਰਿਆ ਕਰਦੇ ਸਨ। ਤੇ ਇਸ ਬਾਣੀ ਦਾ ਸਾਰੇ ਗੁਰਸਿੱਖਾਂ ਵਿੱਚ ਸੁਖਮਨਾ ਸਾਹਿਬ ਕਰਕੇ ਨਾਮ ਪ੍ਰਚਲਿਤ ਸੀਗਾ। ਇੱਕ ਤਾਂ 24 ਅਸ਼ਟਪਦੀਆਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੌੜੀ ਸੁਖਮਨੀ ਮਹੱਲਾ 5ਵਾਂ ਸਿਰਲੇਖ ਹੇਠ ਵਿਚਾਰੀਆਂ ਨੇ, ਜਿਹਨੂੰ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਬੋਲਦੇ ਨੇ। 262 ਅੰਗ ਤੋਂ ਪ੍ਰਾਰੰਭ ਹੋ ਕੇ ਤੇ ਸਾਧ ਸੰਗਤ ਜੀ ਉਹ 295 96 ਤੱਕ ਜਾਂਦਾ ਹੈ। ਉਹਨੂੰ ਆਪਾਂ ਸ੍ਰੀ ਸੁਖਮਨੀ ਸਾਹਿਬ ਜੀ ਕਰਕੇ ਪੜ੍ਹਦੇ ਹਾਂ। ਇਹ ਜੋ ਗੁਰੂ ਰਾਮਦਾਸ ਜੀ ਦੀਆਂ 4 ਰਾਗਾਂ 6 ਅਸ਼ਟਪਦੀਆਂ 24 ਅਸ਼ਟਪਦੀਆਂ, ਇਹਨੂੰ ਗੁਰਸਿੱਖ ਸੁਖਮਨਾ ਸਾਹਿਬ ਕਰਕੇ ਨਿਤਨੇਮ ਕਰਿਆ ਕਰਦੇ। ਬੇਅੰਤ ਬਾਣੀਆਂ ਵਾਲੇ ਸ੍ਰੀ ਗੁਟਕੀ ਸਾਹਿਬ ਦੇ ਵਿੱਚ ਇਹ ਇਕੱਠੀਆਂ ਲਿਖ ਕੇ ਇਹਦਾ ਸਿਰਲੇਖ ਸ੍ਰੀ ਸੁਖਮਨਾ ਸਾਹਿਬ ਲਿਖਿਆ ਹੋਇਆ ਹੈ। ਇੱਕ ਓੰਕਾਰ। ਇੱਥੇ ਨਾਟ ਰਾਗ ਵਿੱਚ 6 ਅਸ਼ਟਪਦੀਆਂ ਦਾ ਛੱਕਾ ਗੁਰੂ ਰਾਮਦਾਸ ਜੀ ਉਚਾਰ ਰਹੇ ਨੇ। ਸਭ ਤੋਂ ਪਹਿਲਾਂ ਮੰਗਲ ਕਰਦੇ ਨੇ। ਇੱਕ ਅਦੁੱਤੀ ਪ੍ਰਕਾਸ਼ਕ ਸਰਬ ਦਾ ਜੋ ਪ੍ਰਕਾਸ਼ਕ ਪਾਰਬ੍ਰਹਮ ਪਰਮੇਸ਼ਰ ਹੈ, ਅਦੁੱਤੀ ਵਾਹਿਗੁਰੂ ਪਰਮੇਸ਼ਰ ਜੋ ਸਭਨਾਂ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ। ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਰਾਮ ਮੇਰੇ ਮਨ ਤਨ ਨਾਮ ਆਧਾਰੇ। ਰਾਮ ਹੈ ਭਾਈ, ਮੇਰੇ ਮਨ ਦੇ ਤਨ ਵਿੱਚ ਪਰਮੇਸ਼ਰ ਦੇ ਨਾਮ ਦਾ ਹੀ ਆਸਰਾ ਹੈ। ਸਖੈਨ ਪਲ ਰਹਿ ਨ ਸਕੋ ਬਿਨ ਸੇਵਾ। ਮੈਂ ਸਤਿਗੁਰਾਂ ਦੀ ਸੇਵਾ ਟਹਿਲ ਤੋਂ ਬਿਨਾਂ ਇੱਕ ਖਿਣ ਤੇ ਪਲ ਮਾਤਰ ਵੀ ਰਹਿ ਨਹੀਂ ਸਕਦਾ। ਮੈਂ ਗੁਰਮਤਿ ਨਾਮ ਸਮਾਰੇ। ਕਿਉਂਕਿ ਮੈਂ ਗੁਰਸਿੱਖਿਆ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਸੰਭਾਲਦਾ ਯਾਦ ਕਰਦਾ ਹਾਂ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਹਰ 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 ਮਨ ਧਿਆਵਹੁ। ਹੇ ਭਾਈ, ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ, ਪਾਪਾਂ ਦਾ ਹਾਰਕ, ਸੰਸਿਆਂ ਦਾ ਹਾਰਕ ਪਰਮੇਸ਼ਰ ਹੈ, ਤੁਸੀਂ ਵੀ ਉਸ ਹਰੀ ਪਰਮੇਸ਼ਰ ਦੇ ਨਾਮ ਨੂੰ ਮਨ ਚਿੱਤ ਵਿੱਚ ਧਿਆਇਆ ਕਰੋ। ਜਾਂ ਜੋ ਹਰੀ ਪਰਮੇਸ਼ਰ ਸਰਵਣ ਦੇ ਪ੍ਰਮਾਣਗਤ ਸੰਸੇ ਦਾ ਹਾਰਕ, ਮੰਨਣ ਦੇ ਪਰਮੇਗਤ ਸੰਸੇ ਦਾ ਹਾਰਕ, ਨਿਧਿਆਸਨ ਦੇ ਵਿਪਰਜੇ ਸੰਸੇ ਦਾ ਹਾਰਕ ਹੈ, ਉਸ ਹਰੀ ਪਰਮੇਸ਼ਰ ਦੇ ਨਾਮ ਨੂੰ ਤੁਸੀਂ ਮਨ ਬਾਣੀ ਸਰੀਰ ਕਰਕੇ ਧਿਆਉਣਾ ਕਰੋ। ਮੈਂ ਹਰ ਹਰ ਨਾਮ ਪਿਆਰੇ। ਕਿਉਂਕਿ ਮੈਨੂੰ ਤਾਂ ਹਰੀ ਪਰਮੇਸ਼ਰ ਦਾ ਨਾਮ ਹੀ ਪਿਆਰਾ ਲੱਗਦਾ ਹੈ। ਜਾਂ ਮੈਨੂੰ ਤਾਂ ਪਿਆਰੇ ਸਤਿਗੁਰਾਂ ਨੇ ਹਰੀ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਪਿਲਾਉਣਾ ਕੀਤਾ ਹੈ। ਦੀਨ ਦਿਆਲ ਭਏ ਪ੍ਰਭ ਠਾਕੁਰ। ਜਦੋਂ ਸੁਆਮੀ ਪਰਮੇਸ਼ਰ ਜੀ ਗਰੀਬ ਜਾਣ ਕੇ ਮੇਰੇ ਤੇ ਦਿਆਲੂ ਹੋਏ, ਜਾਂ ਦੀਨਾਂ ਤੇ ਦਇਆ ਕਰਨ ਵਾਲੇ ਪਰਮੇਸ਼ਰ ਜੀ ਦਿਆਲੂ ਹੋਏ। ਗੁਰ ਕੈ ਸ਼ਬਦ ਸਵਾਰੇ। ਤਾਂ ਪਰਮੇਸ਼ਰ ਨੇ ਮੇਰੇ ਮਨ ਨੂੰ ਗੁਰਾਂ ਦੇ ਉਪਦੇਸ਼ ਦੁਆਰਾ ਸੰਵਾਰ ਦਿੱਤਾ। ਮਧੂਸੂਦਨ ਜਗ ਜੀਵਨ ਮਧੁ। ਇਹ ਮਧੂ ਦੈਂਤ ਨੂੰ ਕੱਟਣ ਮਾਰਨ ਵਾਲੇ, ਇਧਰ ਮਧੂ ਦੈਂਤ ਕਿਹੜਾ ਹੰਕਾਰ ਰੂਪੀ ਜਾਂ ਕਾਮ ਕ੍ਰੋਧ ਰੂਪੀ ਮਧੂ ਆਦਿਕ ਦੈਂਤਾਂ ਨੂੰ ਅਰੂੜ ਬਿਰਤੀ ਹੋ ਕੇ ਕੱਟਣ ਵਾਲੇ, ਜਗਤ ਦੇ ਜੀਵਨ ਰੂਪ ਤੇ ਮਾਇਆ ਦੇ ਪਤੀ ਪਰਮੇਸ਼ਰ ਜੀ। ਮੇਰੇ ਠਾਕੁਰ ਅਗਮ ਅਪਾਰੇ। ਇਹ ਮੇਰੇ ਠਾਕੁਰ ਸੁਆਮੀ ਪਰਮੇਸ਼ਰ ਜੀ, ਮਨ ਦੀ ਕਮਤਾ ਤੋਂ ਤੁਸੀਂ ਰਹਿਤ ਤੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੋ, ਤੁਸੀਂ ਹੀ ਮੇਰੇ ਮਾਲਕ ਹੋ ਜੀ। ਇੱਕ ਬਿਨੋ ਬੇਨਤੀ ਕਰੋ ਗੁਰ ਆਗੈ। ਮੈਂ ਉਸੇ ਪਰਮੇਸ਼ਰ ਦਾ ਸਰੂਪ ਸਤਿਗੁਰਾਂ ਦੀ ਅੱਗੇ ਇੱਕ ਬੇਨਤੀ ਵਿੱਚੋਂ ਬੇਨਤੀ ਕਰਦਾ ਹਾਂ। ਮੈਂ ਸਾਧੂ ਚਰਨ ਪਖਾਰੇ। ਹੇ ਗੁਰੂ,
ਮੈਨੂੰ ਆਪ ਜੀ ਦੇ ਸ੍ਰੇਸ਼ਟ ਜਨਾਂ ਦੇ ਚਰਨ ਧੋਣ ਦੀ ਸੇਵਾ ਬਖਸ਼ੋ, ਜਾਂ ਮੈਂ ਆਪ ਜੀ ਦੇ ਪਿਆਰੇ ਸੰਤਾਂ ਦੇ ਚਰਨਾਂ ਨੂੰ ਧੋਣਾ ਕਰਾਂ, ਚਰਨਾਂ ਦਾ ਪੱਖ ਲੈਣਾ ਕਰਾਂ ਜੀ। ਸੈਸ ਨੇਤਰ ਨੇਤਰ ਹੈ ਪ੍ਰਭ ਕਉ। ਜੋ ਜੀਵਾਂ ਦੀਆਂ ਹਜ਼ਾਰਾਂ ਅੱਖਾਂ ਨੇ, ਇਹੀ ਪਰਮੇਸ਼ਰ ਦੇ ਸਰਗੁਣ ਸਰੂਪ ਬਣ ਕਰਕੇ ਨੇਤਰ ਨੇ। ਪਾ ਪਰਮੇਸ਼ਰ ਹੀ ਦ੍ਰਿਸ਼ਟਾ ਰੂਪ ਹੈ। ਪ੍ਰਭ ਏਕੋ ਪੁਰਖ ਨਿਰਾਰੇ। ਇੱਕੋ ਪਰਮੇਸ਼ਰ ਹੀ ਪੂਰਨ ਅਤੇ ਚਾਰ ਖਾਣੀਆਂ ਜਾਂ ਸਾਰੀਆਂ ਦੇਹਾਂ ਤੋਂ ਨਿਆਰਾ ਭਾਵ ਅਸੰਗ ਹੈ। ਸਹਸ ਮੂਰਤਾ ਏਕੋ ਪ੍ਰਭ ਠਾਕੁਰ। ਪਰਮੇਸ਼ਰ ਆਪ ਹੀ ਹਜ਼ਾਰਾਂ ਮੂਰਤਾਂ ਸ਼ਕਲਾਂ ਧਾਰਦਾ ਅਤੇ ਸੁਆਮੀ ਪਰਮੇਸ਼ਰ ਆਪ ਹੀ ਫਿਰ ਨਿਰਗੁਣ ਸਰੂਪ ਦੇ ਵਿੱਚ ਇੱਕੋ ਇੱਕ ਹੈ। ਪ੍ਰਭ ਏਕੋ ਗੁਰਮਤਿ ਤਾਰੇ। ਇੱਕੋ ਪਰਮੇਸ਼ਰ ਹੀ ਗੁਰ ਸਿੱਖਿਆ ਦੁਆਰਾ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਤਾਰਦਾ ਹੈ। ਗੁਰਮਤਿ ਨਾਮ ਦਮੋਦਰ ਪਾਇਆ। ਜਿਸ ਗੁਰਮੁਖ ਜਨ ਨੇ ਗੁਰ ਸਿੱਖਿਆ ਦੁਆਰਾ ਦਮੋਦਰ ਪਰਮੇਸ਼ਰ ਦੇ ਨਾਮ ਨੂੰ ਪਾਇਆ ਹੈ। ਹਰ ਹਰ ਨਾਮ ਔਰ ਧਾਰੇ। ਉਹਨੇ ਪਾਪਾਂ ਦੇ ਹਰਕ ਹਰੀ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਧਾਰਿਆ, ਭਾਵ ਸੋਹਣਾ ਕੀਤਾ ਹੈ। ਹਰ ਹਰ ਗਾਥਾ ਬਣੀ ਅਤ ਮਿੱਠੇ। ਉਸ ਗੁਰਮੁਖ ਜਨ ਨੂੰ ਹਰੀ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਵਾਲੀ ਕਥਾ ਸਰੂਪ ਲਖਣਾ ਤੇ ਤਟਸਥੀ ਲਖਣਾ ਦੁਆਰਾ ਇਉਂ ਅਤਿਅੰਤ ਮਿੱਠੀ ਰਸਦਾਇਕ ਬਣ ਰਹੀ ਹੈ। ਜਿਉ ਗੂੰਗਾ ਗਟਕ ਸਮਾਰੇ। ਜਿਵੇਂ ਗੂੰਗਾ ਬੋਲਣ ਤੋਂ ਸਮਰੱਥ ਪੁਰਖ ਮਿੱਠੇ ਰਸਦਾਇਕ ਪਦਾਰਥ ਨੂੰ ਖਾ ਕੇ ਗਟਕਾਰੇ ਮਾਰ ਕੇ ਸੰਭਾਲਦਾ, ਯਾਦ ਕਰਦਾ, ਭਾਵ ਉਸ ਪੁਰਖ ਦੀ ਚਿਹਰੇ ਦੀ ਮੁਸਕਰਾਹਟ ਦੱਸਦੀ ਹੈ ਕਿ ਇਹਨੂੰ ਮਠਿਆਈ ਆਦਿ ਖਾਣ ਕਰਕੇ ਬੜਾ ਆਨੰਦ ਆਇਆ ਹੈ। ਜਿਵੇਂ ਗੂੰਗਾ ਪੁਰਖ ਗਟਕਾਰੇ ਮਾਰ ਮਾਰ ਕੇ ਮਿੱਠੇ ਪਦਾਰਥਾਂ ਦੇ ਸਵਾਦ ਨੂੰ ਸੰਭਾਲਦਾ, ਤਿਵੇਂ ਗੁਰਮੁਖ ਜਨ ਹਰੀ ਪਰਮੇਸ਼ਰ ਦੀ ਅਤਿਅੰਤ ਮਿੱਠੀ ਅੰਮ੍ਰਿਤ ਰੂਪ ਕਥਾ ਦੀ ਰਸ ਨੂੰ ਦੱਸ ਨਹੀਂ ਸਕਦਾ। ਰਸਨਾ ਸਾਧ ਚਖੈ ਪਾਏ ਦੂਜਾ। ਜੋ ਮਨਮੁਖ ਦ્વੈਤ ਭਾਵ ਵਾਲੇ ਰਸਨਾ ਨਾਲ ਸਵਾਦ ਚੱਖਦੇ ਨੇ। ਅਤ ਫੀਕੇ ਲੋਭ ਵਿਕਾਰੇ। ਉਹ ਅਤਿਅੰਤ ਫਿੱਕੇ ਮਨ ਵਾਲੇ ਬੇਰਸੀ ਕੌੜੇ ਬਚਨ ਬੋਲਣ ਵਾਲੇ ਲੋਭ ਦੇ ਮਾਰੇ ਹੋਏ ਤੇ ਕਾਮ ਕ੍ਰੋਧ ਆਦਿਕ ਵਿਕਾਰਾਂ ਦੇ ਖਾਧੇ ਹੋਏ ਨੇ, ਭਾਵ ਵਿਕਾਰਾਂ ਵਿੱਚ ਫਸੇ ਹੋਏ ਹਨ। ਜੋ ਗੁਰਮੁਖ ਸਾਧ ਚਖੈ ਰਾਮ ਨਾਮਾ। ਜੋ ਮਨਮੁਖ ਰਸਨਾ ਚਾਹ ਸਾਧ ਚਖੈ ਪਾਈ ਦੂਜੇ। ਜਿਹੜੇ ਦ્વੈਤ ਭਾਵ ਵਾਲੇ ਰਸਾਂ ਦੇ ਸਵਾਦਾਂ ਨੂੰ ਰਸ ਨਾਲ ਚੱਖਦੇ ਨੇ, ਅਤ ਫਿੱਕੇ ਲੋਭ ਵਿਕਾਰੇ। ਉਹ ਸਵਾਦ ਅਤਿਅੰਤ ਫਿੱਕੇ ਲੋਭ ਤੇ ਵਿਕਾਰਾਂ ਨੂੰ ਪੈਦਾ ਕਰਨ ਵਾਲੇ ਹਨ। ਜੋ ਗੁਰਮੁਖ ਜਿਹੜੇ ਗੁਰਮੁਖ ਜਨ ਗੁਰਾਂ ਦੁਆਰਾ ਸਾਧ ਚਖੈ ਰਾਮ ਨਾਮ, ਰਾਮ ਪਰਮੇਸ਼ਰ ਦੇ ਨਾਮ ਦਾ ਸਵਾਦ ਚੱਖਦੇ ਨੇ। ਸਭ ਅਨ ਰਸ ਸਾਧ ਵਿਸਾਰੇ। ਉਹ ਸਾਰੇ ਦ્વੈਤ ਦੀ ਰਸ ਵਾਲੇ ਸਵਾਦ ਵਿਸਾਰ ਦਿੰਦੇ ਹਨ। ਗੁਰਮਤਿ ਰਾਮ ਨਾਮ ਧਨ ਪਾਇਆ। ਗੁਰਮੁਖ ਜਨਾਂ ਨੇ ਗੁਰ ਸਿੱਖਿਆ ਦੁਆਰਾ ਪਰਮੇਸ਼ਰ ਦੇ ਨਾਮ ਰੂਪੀ ਧਨ ਨੂੰ ਪਾਇਆ ਹੈ। ਸੁਣ ਕਹਤੇ ਆਪਾਪਨ ਵਾਰੇ। ਨਾਮ ਦੇ ਸੁਣਨ ਵਾਲਿਆਂ ਨੇ ਤੇ ਮੁਖੋਂ ਕਹਿਣ ਵਾਲਿਆਂ ਨੇ ਪਾਪ ਨਿਵਰਤ ਕਰ ਦਿੱਤੇ ਹਨ, ਕੀਤੇ ਨੇ। ਧਰਮ ਰਾਏ ਜਮ ਨੇੜ ਨ ਆਵੈ। ਉਹਨਾਂ ਦੇ ਧਰਮ ਰਾਜੇ ਦੇ ਯਮਦੂਤ ਨਜ਼ਦੀਕ ਨਹੀਂ ਆ ਸਕਦੇ। ਮੇਰੇ ਠਾਕਰ ਕੇ ਜਨ ਪਿਆਰੇ। ਕੱਕੇ ਨੂੰ ਔਂਕੜ ਹੋਣ ਕਰਕੇ ਠਾਕੁਰ ਉਚਾਰਨ ਹੈ। ਮੇਰੇ ਜੋ ਠਾਕੁਰ ਸੁਆਮੀ ਦੇ ਪਿਆਰੇ ਭਗਤ ਜਨ ਹਨ। ਧਰਮ ਰਾਏ ਕੇ ਦੂਤ ਨਾ ਜੋ ਹੈ, ਮਾਇਆ ਮਗਨ ਨਾ ਕਛੂ ਹੈ ਮੋਹ ਹੈ। ਧਰਮ ਰਾਜੇ ਦੇ ਦੂਤ ਉਹਨਾਂ ਵੱਲ ਵੇਖ ਵੀ ਨਹੀਂ ਸਕਦੇ ਤੇ ਮਾਇਆ ਦੀ ਮਸਤੀ ਵੀ ਉਹਨਾਂ ਨੂੰ ਮੋਹਿਤ ਨਹੀਂ ਕਰ ਸਕਦੇ।
ਇੰਜ ਉਹਨਾਂ ਗੁਰਮੁਖਾਂ ਦੀ ਸਤਿਗੁਰੂ ਨਾਨਕ ਦੇਵ ਜੀ ਰੱਖਿਆ ਕਰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਲੈਣ ਤੋਂ ਜਮਦੂਤ ਆਏ ਵੀ ਹੋਣ, ਦਿਖਦੇ ਵੀ ਹੋਣ, ਤਾਂ ਉਹ ਗੁਰੂ ਨਾਨਕ ਸਾਹਿਬ ਦਾ ਤੁਸੀਂ ਨਾਮ ਬੋਲੋ ਤਾਂ ਨਾਮ ਸੁਣ ਕੇ ਭੱਜ ਜਾਣਗੇ। ਨਾਮ ਸੁਣਤ ਤੇ ਜਮ ਨੇੜ ਨਾ ਆਵੇ, ਕਿ ਨਾਮ ਸੁਣਤ ਜਮ ਦੂਰੋਂ ਭਾਗੈ, ਮਤ ਮਾਰੇ ਹਰ ਜੀ ਵੇ ਪ੍ਰਵਾਹ ਹੈ। ਵਾਹਿਗੁਰੂ ਸ਼ਬਦ ਸੁਣੇ, ਸ਼ਬਦ ਨਾਮ ਹੈ ਆਵਾਜ਼ ਦਾ। ਉੱਚੀ ਉੱਚੀ ਵਾਹਿਗੁਰੂ 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 ਇਹ ਆਵਾਜ਼ ਕਰੋ, ਜਾਂ ਕਿਸੇ ਵੀ ਗੁਰਬਾਣੀ ਦਾ ਪਾਠ ਜਾਂ ਮੂਲ ਮੰਤਰ ਉੱਚੀ ਉੱਚੀ ਇਹ ਆਵਾਜ਼ ਵਿੱਚ ਪੜ੍ਹੋ, ਜਾਂ ਗੁਰਬਾਣੀ ਦੇ ਕਿਸੇ ਵੀ ਸ਼ਬਦ ਨੂੰ ਉੱਚੀ ਆਵਾਜ਼ ਵਿੱਚ ਪੜ੍ਹੋ, ਜਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਉੱਚੀ ਆਵਾਜ਼ ਕੱਢੋ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਮ ਨੂੰ ਉੱਚੀ ਆਵਾਜ਼ ਨਾਲ ਬੋਲੋ ਤਾਂ ਸ਼ਬਦ ਸੁਣੇ। ਆਵਾਜ਼ ਜਿਹੜੀ ਗੁਰਬਾਣੀ ਦੀ ਹੈ, ਨਾਮ ਦੀ ਹੈ, ਸਤਿਗੁਰੂ ਮਹਾਰਾਜ ਦੇ ਆਵਾਜ਼ ਮਾਰਨ ਦੀ ਉੱਚੀ ਆਵਾਜ਼ ਹੈ, ਗੁਰਬਾਣੀ ਦੇ ਸ਼ਬਦਾਂ ਦੇ ਉਚਾਰਨ ਦੀ ਆਵਾਜ਼ ਹੈ। ਇਹਨੂੰ ਸੁਣਦਿਆਂ ਸਾਰ ਜਮ ਦੂਰੋਂ ਭਾਗਿਆ, ਦੂਰ ਤੋਂ ਹੀ ਯਮਦੂਤ ਭੱਜ ਜਾਂਦੇ ਨੇ। ਮਤ ਮਾਰੇ ਹਰ ਜੀ ਹੋਏ ਪ੍ਰਵਾਹ ਹੈ, ਡਰ ਜਾਂਦੇ ਨੇ ਇਹ ਤਾਂ ਮਾਲਕ ਦਾ ਬੰਦਾ ਹੈ। ਮਾਲਕ ਤੋਂ ਡਰਦੇ ਨੇ, ਪਰਮੇਸ਼ਰ ਤੋਂ, ਵੀ ਮਤਾ ਮੈਨੂੰ ਕਿਤੇ ਮਾਰ ਹੀ ਨਾ ਸੁੱਟਣ। ਮੈਂ ਇੱਕ ਵਾਰ ਅੱਖਾਂ ਨਾਲ ਵੇਖਿਆ, ਤੁਸੀਂ ਹੈਰਾਨ ਹੋਵੋਗੇ, ਅੱਖਾਂ ਨਾਲ ਦੇਖਿਆ ਤੇ ਅੰਮ੍ਰਿਤ ਸੰਚਾਰ ਸੀਗਾ, ਬੰਬੇ ਵਿਕਰੌਲੀ ਦੀ ਗੱਲ ਹੈ। ਇੱਕ ਮਾਤਾ ਜੀ ਜੋ 50-55 ਸਾਲ ਦੀ ਉਮਰ ਦੇ ਹੋਣਗੇ, 50 ਸਾਲ ਦੀ ਉਮਰ ਤਾਂ ਸੀਗੀ, ਉਹਨੇ 5 ਛੁਲੇ ਤਾਂ ਛਕ ਲਏ। ਜਦ ਉਹਦੇ ਕੇਸਾਂ 'ਚ ਲੱਗੇ ਪਾਉਣ 5 ਪਿਆਰੇ, 3 ਕੁ ਛਿੱਟੇ ਮਾਰੇ, ਉਹਦੀ ਹਾਲਤ ਵਿਗੜ ਗਈ, ਅੱਖਾਂ ਪੁੱਠੀਆਂ ਜਿਹੀਆਂ ਹੋ ਗਈਆਂ ਤੇ ਉਹ ਜਿਸ ਤਰ੍ਹਾਂ ਬੰਦੇ ਦੇ ਸਾਹ ਦੀ ਆਵਾਜ਼ ਆਉਂਦੀ ਹੈ, ਘੋਰਟੂ ਜਿਹਾ ਹੋਰ ਹੀ ਤਰ੍ਹਾਂ, ਤੇ ਸਰੀਰ ਉਹਨੇ ਛੱਡਤਾ ਤੇ ਲੇਟਣੀਆਂ ਜਿਹੀਆਂ ਲੈਣ ਲੱਗ ਪਈ। ਮੈਨੂੰ ਮਹਿਸੂਸ ਹੋਇਆ ਕਿਰਪਾਨ ਹੱਥ 'ਚ ਸੀਗੀ ਤੇ ਸੰਗਤਾਂ ਡਰ ਗਈਆਂ, ਕਿਉਂਕਿ ਲਾਈਨ ਲੱਗੀ ਹੋਈ ਸੀ। ਉਹ ਭੱਜ ਕੇ ਪਿੱਛੇ ਹੋ ਗਈਆਂ ਸਾਰੀਆਂ। ਮੈਨੂੰ ਹੋਰ ਤਾਂ ਕੁਝ ਸੁਝਿਆ ਨਾ, ਤੇ ਮੈਂ ਕਿਹਾ ਸਾਧ ਸੰਗਤ ਜੀ ਉੱਚੀ ਉੱਚੀ ਬੋਲੋ, ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਸੰਗਤਾਂ ਉੱਚੀ ਉੱਚੀ ਬੋਲਣ ਲੱਗ ਪਈਆਂ ਤੇ ਉਹ ਮੈਂ ਬੀਬੀ ਜੀ ਦਾ ਕੰਨ ਫੜਿਆ ਤੇ 24 ਸਾਹਿਬ ਉੱਚੀ ਉੱਚੀ ਆਪ ਪੜ੍ਹਨ ਲੱਗ ਪਿਆ, ਉਹਨੂੰ ਸੁਣਾਇਆ, ਉਹ ਸ਼ਾਂਤ ਹੋ ਗਈ। ਕਿਉਂਕਿ ਹੋਰ ਜਾਦੂ ਜੂਦੂ ਤਾਂ ਸਾਨੂੰ ਕੁਛ ਆਉਂਦਾ ਨਹੀਂ, ਬਾਣੀ ਦਾ ਆਸਰਾ ਉਸ ਵਕਤ ਇਹੀ ਚੇਤਾ ਹੈ ਵੀ ਇੰਝ ਕਰੀਏ। ਜਦੋਂ ਸ਼ਾਂਤ ਹੋ ਗਈ, ਉੱਠੇ ਹੈ ਕੋਈ ਨਾ, ਅੰਮ੍ਰਿਤ ਸੰਚਾਰ 'ਚ ਵਿਘਨ ਪੈ ਗਿਆ। ਮੈਂ ਕਿਹਾ ਵੀ ਹੁਣ ਕੀ ਕਰੀਏ, ਪਾਠ ਵੀ ਸਮਾਪਤ ਹੋ ਗਿਆ। ਸੰਗਤਾਂ ਡਰਦੀਆਂ ਡਰਦੀਆਂ ਉੱਚੀ ਉੱਚੀ ਬੋਲੀ ਜਾਣ। ਉਹਨੂੰ ਫਿਰ ਪੁੱਛਿਆ ਮੈਂ, ਉਹ ਜਿਸ ਤਰ੍ਹਾਂ ਬਾਬੇ ਤਾਂਤਰਿਕ ਬਾਬੇ ਗੱਲਾਂ ਕਰਦੇ ਨੇ, ਉਹ ਇਸ ਤਰ੍ਹਾਂ ਜੀ ਗੱਲਾਂ ਬਾਤਾਂ ਹੋਣ ਲੱਗ ਪਈਆਂ। ਉਹ ਕਹਿੰਦਾ ਮੈਂ ਤਾਂ ਮੁਸਲਮਾਨ ਹਾਂ ਜੀ, ਤੇ ਮੈਂ ਤਾਂ ਇੰਝ ਮੈਂ ਤਾਂ ਉਂਝ, ਬੜੀਆਂ ਗੱਲਾਂ ਹੋਈਆਂ। ਤੇ ਮੈਂ ਕਿਹਾ ਵੀ ਤੂੰ ਇੱਥੇ ਕੀ ਕੰਮ ਤੇਰਾ? ਕਹਿੰਦਾ ਜੀ ਮਾਫ਼ ਕਰਿਓ, ਮੇਰਾ ਇੱਥੇ ਕੰਮ ਤਾਂ ਕੋਈ ਨਹੀਂ, ਤੇ ਮੈਂ ਤਾਂ ਇਹਦੇ ਨਾਲ ਛੋਟੀ ਜਿਹੀ ਬੱਚੀ ਸੀਗੀ ਜਦੋਂ ਦਾ ਮੈਂ ਇਹਦੇ ਨਾਲ ਹਾਂ। ਤੇ ਮੈਂ ਕਿਹਾ ਵੀ ਤੂੰ ਕਿਉਂ ਪਰੇਸ਼ਾਨ ਕਰਤਾ? ਕਹਿੰਦਾ ਵੇਖੋ ਪੁੱਛੋ ਜੀ, ਮੈਂ ਕਦੀ ਤੰਗ ਨਹੀਂ ਕੀਤਾ, ਪਰੇਸ਼ਾਨ ਨਹੀਂ ਕੀਤਾ, ਮੈਂ ਤਾਂ ਆਪ ਖੁਦ ਬਾਬਾ ਸੀਗਾ। ਮੈਂ ਕਿਹਾ ਜੀ ਤੂੰ ਬਾਬਾ ਸੀਗਾ, ਮੁਸਲਮਾਨਾਂ ਦੇ ਵਿੱਚ ਇੱਕ ਜਾਤ ਹੈ, ਇੱਕ ਤਾਂ ਮੁਗਲ ਹੁੰਦੇ ਨੇ, ਉਹ ਬੇਗਨਾਮ ਕਰਕੇ ਹੁੰਦੇ ਨੇ, ਤੇ ਇੱਕ ਹੁੰਦੇ ਨੇ ਪਠਾਨ, ਉਹ ਖਾਂ ਕਰਕੇ ਹੁੰਦੇ ਨੇ।
ਸ਼ਾਸਮ ਬੇਗ, ਬਾਸ਼ਮ ਬੇਗ ਇਹ ਮੁਗਲ ਹੁੰਦੇ ਨੇ, ਅਤੇ ਪੈਂਦੇ ਖਾਂ ਪਠਾਨ ਸੀਗਾ। ਇੱਕ ਹੁੰਦੇ ਨੇ ਸ਼ੇਖ, ਸ਼ੇਖ ਬਾਬਾ ਫਰੀਦ ਜੀ, ਉਹ ਧਾਰਮਿਕ ਕਲਾਸ ਹੁੰਦੀ ਹੈ ਸੰਤਾਂ ਵਾਲੀ। ਮੈਂ ਕਿਹਾ ਫਿਰ ਤੂੰ ਭੂਤ ਕਿਉਂ ਬਣਿਆ ਮਰ ਕੇ? ਅਤੇ ਇਹ ਬੰਦੇ ਨਗੁਰੇ ਹੁੰਦੇ ਨੇ, ਥੋੜ੍ਹੀ ਬਹੁਤੀ ਭਗਤੀ ਤਾਂ ਕੀਤੀ ਪਰ ਜਾਦੂ ਟੂਣਿਆਂ 'ਚ ਪੈ ਕੇ ਵਿਗੜ ਜਾਂਦੇ ਨੇ। ਤੋ ਇਸ ਕਰਕੇ ਨਗੁਰੇ ਹੋਣ ਦੀ ਵਜ੍ਹਾ ਕਰਕੇ ਮੁਕਤੀ ਨਹੀਂ ਹੁੰਦੀ। ਅਤੇ ਮੈਂ ਕਿਹਾ ਵੀ ਹੁਣ ਤੇਰੇ ਵਿਚਾਰ ਕੀ ਨੇ? ਸੰਗਤ ਵਿਚਾਰੀ ਡਰ ਰਹੀ ਹੈ ਅਤੇ ਅਸੀਂ ਅੰਮ੍ਰਿਤ ਸੰਚਾਰ ਕਰਨਾ, ਕਿੰਨੀਆਂ ਸੰਗਤਾਂ ਨੇ ਅਤੇ ਉਹ ਅੰਮ੍ਰਿਤ ਸੰਚਾਰ 'ਚ ਵਿਘਨ ਪੈ ਗਿਆ। ਤੂੰ ਬੀਬੀ ਨੂੰ ਅੰਮ੍ਰਿਤ ਨਹੀਂ ਛਕਣ ਦਿੱਤਾ। ਕਹਿੰਦਾ ਜੀ ਮੇਰੀ ਜਾਨ ਕੱਢ ਦਿੱਤੀ ਅੰਮ੍ਰਿਤ ਨੇ, ਅਤੇ ਮੈਨੂੰ ਤਾਂ ਮਾਰ ਸੁੱਟਿਆ ਤੁਸੀਂ, ਵੀ ਮੈਂ ਤਾਂ ਬਚਦਾ ਨਹੀਂ, ਮੈਨੂੰ ਤਾਂ ਛੱਡ ਦਿਓ, ਮੈਨੂੰ ਤਾਂ ਅੱਗ ਲੱਗ ਗਈ। ਮੈਂ ਕਿਹਾ ਵੀ ਅੱਗ ਲੱਗ ਗਈ, ਆਪਾਂ ਤਾਂ ਕੋਈ ਅੱਗ ਲਾਈ ਨਹੀਂ ਹੋਈ। ਕਹਿੰਦੀ ਆ ਜੋ 4 ਚੁਫੇਰੇ ਸਤਿਨਾਮ ਵਾਹਿਗੁਰੂ ਦਾ ਜਾਪ ਹੋ ਰਿਹਾ ਉੱਚੀ ਉੱਚੀ, ਇੱਦਾਂ ਮੈਨੂੰ ਇੰਨਾ ਸੇਕ ਪੈ ਰਿਹਾ ਵੀ ਜਿਸ ਤਰ੍ਹਾਂ ਅੱਗ ਦੇ ਭਾਂਬੜ 'ਚ ਮੈਂ ਬੈਠਾ ਹੋਵਾਂ, ਵੀ ਮੇਰੀ ਹੱਥ ਜੋੜ ਕੇ ਬੇਨਤੀ ਮੈਨੂੰ ਛੱਡ ਦਿਓ। ਮੈਂ ਕਿਹਾ ਮੈਂ ਕੰਨ ਫੜਿਆ ਸੀ, ਕੰਨ ਵੀ ਛੱਡਤਾ, ਲੈ ਜਾ ਜਿੱਧਰ ਜਾਣਾ ਜਾ, ਤੂੰ ਮੈਨੂੰ ਕੀ ਕਹਿੰਦਾ? ਕਹਿੰਦਾ ਜੀ ਨਹੀਂ, ਤੁਸੀਂ ਮੇਰਾ ਛੁਟਕਾਰਾ ਕਰੋਗੇ, ਕਹੋਗੇ ਸਹੀ ਤਰੀਕੇ ਨਾਲ ਜਾ ਤਾਂ ਮੈਂ ਜਾਊਂਗਾ। ਆਹ ਜਿਹੜੀ ਅੱਗ ਲਾਈ ਹੋਈ ਹੈ ਵਾੜ ਹੈ, ਇਹ ਹਟਾਓਗੇ, ਅੱਗ ਬੁਝਾਓਗੇ, ਮੈਨੂੰ ਰਾਹ ਦਿਓਗੇ, ਫਿਰ ਮੈਂ ਜਾਊਂਗਾ। ਮੈਂ ਕਿਹਾ ਵੀ ਸਾਨੂੰ ਕਿਵੇਂ ਪਤਾ ਲੱਗੂਗਾ? ਕਹਿੰਦੇ ਵੀ 3 ਮਿੰਟ ਇਹ ਬੀਬੀ ਬੇਹੋਸ਼ ਰਹੂਗੀ, ਚੌਥੇ ਮਿੰਟ ਉੱਠ ਕੇ ਬਹਿ ਜਾਊਗੀ, ਜਾਂਦੀ ਬਾਗੀ ਕੁੰਡਾ ਖੜਕਾਊਂਗਾ। ਮੈਂ ਕਿਹਾ ਵੀ ਚੰਗੀ ਗੱਲ ਹੈ। ਫਿਰ ਮੈਂ ਕਿਹਾ ਫਿਰ ਤੇਰਾ ਕੀ ਇਰਾਦਾ, ਕਿਸੇ ਹੋਰ ਬੀਬੀ ਨੂੰ ਨਾ ਜਾ ਕੇ? ਕਹਿੰਦੇ ਨਹੀਂ, ਅਤੇ ਮੇਰਾ ਵਾਅਦਾ ਰਿਹਾ ਮੈਂ ਪਹਾੜਾਂ ਪੂੜਾਂ ਨੂੰ ਚੱਲ ਜਾਊਂਗਾ। ਮੈਂ ਕਿਹਾ ਜਾ ਫਿਰ ਨੱਕ ਰਗੜ, ਗੁਰੂ ਸਾਹਿਬ ਕੋਲ ਮਾਫੀ ਮੰਗ, ਮਹਾਰਾਜ ਤੇਰਾ ਵੀ ਭਲਾ ਕਰ ਅਤੇ ਸਾਡਾ ਵੀ ਛੁਟਕਾਰਾ ਹੋਵੇ। ਅੰਮ੍ਰਿਤ ਸੰਚਾਰ 'ਚ ਆਪਾਂ ਰੁਕੇ ਹੋਏ ਹਾਂ ਅਤੇ ਤੂੰ ਇਹਦਾ ਖਹਿੜਾ ਛੱਡ। ਉਹਨੇ ਮੱਥਾ ਟੇਕਿਆ, ਨੱਕ ਨਾਲ ਲਕੀਰਾਂ ਕੱਢੀਆਂ, ਮਾਫੀ ਮੰਗੀ ਅਤੇ ਤੁਰ ਗਿਆ। ਮੇਰੀ ਵੇਖਣ ਦੀਆਂ ਬਾਤਾਂ, ਮੈਂ ਆਪ ਹੈਰਾਨ ਹੋ ਗਿਆ। ਸੰਗਤਾਂ ਕੋਲੋਂ ਜਾਪ ਬੰਦ ਕਰਾਇਆ, ਫਿਰ ਉਹ ਗਿਆ। ਕਹਿੰਦਾ ਵੀ ਇਹ ਜਾਪ ਜਾਪਦਿਆਂ ਨਹੀਂ, ਮੈਂ ਕਾਬੂ ਦੇ ਵਿੱਚ ਹਾਂ, ਤੁਸੀਂ ਫੜਿਆ ਹੋਇਆ ਮੈਨੂੰ। ਕੇਸਾਂ ਤੋਂ ਫੜਨ ਦੀ ਤਾਂ ਮਰਜ਼ਾਦਾ ਹੀ ਨਹੀਂ, ਆ ਬਾਬੇ ਬੂਬੇ ਸਿਰ ਦੇ ਵਾਲਾਂ ਤੋਂ ਫੜਦੇ ਨੇ। ਅਤੇ ਜਿਹੜਾ ਮਹਾਰਾਜ ਦਾ ਨਾਮ ਹੈ, ਵੇਖੋ ਬਾਣੀ ਹੈ, ਗੁਰੂ ਸਾਹਿਬ ਦਾ ਅੰਮ੍ਰਿਤ ਹੈ, ਆਹ ਸ਼ਹੀਦਾਂ ਦਾ ਸਥਾਨ ਹੈ। ਐਰਾ ਗਹਿਰਾ ਕੁਛ ਵੀ ਗੇਟ ਤੋਂ ਅੰਦਰ ਨਹੀਂ ਆ ਸਕਦਾ। ਜੇ 'ਚ ਕੁਛ ਇਸ ਤਰ੍ਹਾਂ ਦੀ ਗੱਲਬਾਤ ਹੋਊਗੀ ਅਤੇ ਉਹ ਗੇਟ ਤੋਂ ਪਰਾਂ ਹੀ ਜਾਊਗਾ, ਜਾਂ ਪਾਰਕਿੰਗ 'ਚ ਕਾਰ ਖਿਲਾਰੂਗਾ ਅਤੇ ਬਾਰ-ਬਾਰ ਹੀ ਨਿਕਲ ਜਾਊਗਾ। ਇੱਥੇ ਅੰਦਰ ਬੰਦਾ ਉਹ ਆ ਸਕਦਾ ਜੇ ਤੇ ਰੱਬ ਦੀ ਕਿਰਪਾ। ਏਡੀ ਪਵਿੱਤਰ ਜਗ੍ਹਾ ਹੈ, ਇੱਥੇ ਕੋਈ ਅਵਗਤ ਬਦਰੂਹ ਦਾ ਕੋਈ ਮਤਲਬ ਨਹੀਂ। ਤੋ ਯਮਦੂਤ ਵੀ ਇੱਕ ਬਦ ਆਤਮਾਵਾਂ ਨੇ, ਬਦਰੂਹਾਂ ਨੇ, ਜੋ ਚੰਗੇ ਇਨਸਾਨ ਦੇ ਪਾਸ ਗੁਰਬਾਣੀ ਸ਼ੁੱਧ ਪਵਿੱਤਰ ਜਿੱਥੇ ਅਖੰਡ ਪਾਠ ਚੱਲਦਾ, ਤਾਈਓ ਜੋਤ ਜਗਾਈ ਦੀ, ਧੂਪ ਦਿਖਾਈ ਦੀ ਵੀ ਵਾਤਾਵਰਨ ਸ਼ੁੱਧ ਰਹੇ। ਇੱਥੇ ਕੁਛ ਐਰਾ ਗੈਰਾ ਨਹੀਂ ਹੁੰਦਾ। ਇੱਥੇ ਦੇਵੀ ਦੇਵਤੇ ਔਰ ਪਵਿੱਤਰ ਆਤਮਾਵਾਂ, ਸੰਤ ਮਹਾਤਮਾ, ਪਵਿੱਤਰ ਰੂਹਾਂ ਇੱਥੇ ਰਹਿੰਦੀਆਂ, ਵਾਸ ਕਰਦੀਆਂ ਨੇ। ਇਸੇ ਕਰਕੇ ਮਨ ਚਿੱਤ ਜਲਦੀ ਜੁੜਦਾ ਅਤੇ ਭਲਾ ਹੁੰਦਾ ਹੈ। ਧਰਮ ਰਾਏ ਧਰਮ ਰਾਏ ਜਮ ਨੇੜ ਨ ਆਵੈ। ਜਿਹੜੇ ਧਰਮ ਰਾਜੇ ਦੇ ਦੂਤ ਛੱਡੇ ਹੋਏ ਨੇ, ਭੂਤ ਪ੍ਰੇਤ ਯਮਦੂਤ, ਇਹ ਗੁਰਸਿੱਖ ਦੇ ਨੇੜੇ ਨਹੀਂ ਆ ਸਕਦੇ। ਮੇਰੇ ਠਾਕੁਰ ਕੇ ਜਨ ਪਿਆਰੇ। ਜਿਹੜੇ ਮੇਰੇ ਪਿਆਰੇ ਠਾਕੁਰ ਮਾਲਕ ਦੇ ਭਗਤ ਜਨ ਹਨ। ਸਾਸ 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 ਹੈ ਜੀਤੇ। ਮੇਰੇ ਜਿੰਨੇ ਵੀ ਜਾਗਦਿਆਂ ਦੇ ਸਵਾਸ, ਫਿਰ ਸੁਪਨੇ ਦੇ ਸਵਾਸ, ਫਿਰ ਸੁਖੋਬ ਦੇ ਸਵਾਸ ਨਿਕਲਦੇ, ਜਾਂ ਬਾਲਕ ਜਵਾਨੀ ਬਿਰਧ ਅਵਸਥਾ ਦੇ ਸਵਾਸ, ਜਾਂ ਜਿੰਨੇ ਸਵਾਸਾਂ ਦੇ ਸਵਾਸ ਰੂਪ ਪਰਮੇਸ਼ਰ ਨੇ ਸਵਾਸ ਦਿੱਤੇ ਨੇ। ਮੈਂ ਗੁਰਮਤਿ ਨਾਮ ਸਮਾਰੇ। ਇੱਕ ਵਾਰ ਆਪ ਵੀ ਉੱਚੀ ਬੋਲੋ, ਗੱਜ ਕੇ ਕਹੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਮੈਂ ਉਹਨੇ ਸਵਾਸਾਂ ਨਾਲ ਗੁਰ ਸਿੱਖਿਆ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਸੰਭਾਲਦਾ ਹਾਂ। ਸਾਸ ਸਾਸ ਜਾਏ ਨਾਮੈ ਬਿਨਾ। ਜੋ ਪਰਮੇਸ਼ਰ ਦੇ ਨਾਮ ਤੋਂ ਬਿਨਾ ਜਾਗਦਿਆਂ ਦੇ ਸਾਹ, ਸੁਪਨੇ ਦੇ ਵਿੱਚ ਸਾਹ, ਸੁੱਤੇ ਪਿਆਂ ਦੇ, ਇਹ ਸਾਰੇ ਬਿਰਥ ਅਤੇ ਫਜ਼ੂਲ ਹੀ ਜਾਂਦੇ ਹਨ।
ਕਹਿੰਦੇ ਬੈਠਤ 12 ਬਹਿੰਦਿਆਂ ਦੇ 12 ਚੱਲਦੇ ਤੇ ਬੈਠਤ 12 ਚਲਤ 18 ਚੱਲਦਿਆਂ ਦੇ 18 ਚੱਲਦੇ। ਜਦੋਂ ਆਪਾਂ ਤੇਜ਼ ਕਰਦੇ ਹਾਂ ਚਾਲ ਤੇ ਸੋਬਤ ਚਾਲੇ 30 ਸੁੱਤਾ ਪਿਆ ਬੰਦਾ ਹੋਰ ਫੂਕਾਂ ਜ਼ਿਆਦੀਆਂ ਮਾਰਦਾ 30 ਚੱਲਦੇ। ਮੈਥਨ ਕਰਤੇ 64 ਚਾਲੇ ਕਿਉਂ ਨਾ ਭਜੈ ਜਗਦੀਸ਼। ਜਾਂ ਉਹ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਪੈਦਾ ਕਰਨ ਵਾਲੇ ਨੇ ਜਾਂ ਉਹ ਸਵਾਸ ਖੋਟੀਆਂ ਕਾਰਾਂ 'ਚ ਲੱਗਣੇ ਕਰਕੇ ਵਿਅਰਥ ਜਾਂਦੇ ਨੇ। ਸੋ ਬਿਰਥਾ ਸਾਸ ਬਿਕਾਰੇ। ਵਿਕਾਰ ਫਜ਼ੂਲ ਵਿਕਾਰਾਂ ਦੇ ਵਿੱਚ ਵਿਅਰਥ ਜਾਂਦੇ ਹਨ। ਵਿਕਾਰੀ ਬੰਦੇ ਦੀ ਨਸ਼ਾ ਕਰਨ ਵਾਲੇ ਬੰਦੇ ਦੀ ਉਮਰ ਘਟ ਜਾਂਦੀ ਹੈ। ਕਿਰਪਾ ਕਿਰਪਾ ਕਰ ਦੀਨ ਪ੍ਰਭ ਸਰਨੀ। ਇਹ ਕਿਰਪਾ ਦੀ ਖਾਨ ਪਰਮੇਸ਼ਰ ਮੇਰੇ ਤੇ ਦਇਆ ਦ੍ਰਿਸ਼ਟੀ ਕਰ, ਮੈਂ ਗਰੀਬ ਤੇਰੀ ਓਟ ਵਿੱਚ ਆਇਆ ਹਾਂ ਜੀ। ਮੋਕਾ ਹਰ ਜਨ ਮੇਲ ਪਿਆਰੇ। ਇਹ ਮੇਰੇ ਪਿਆਰੇ ਪਰਮੇਸ਼ਰ ਮੈਨੂੰ ਆਪਣੇ ਪਿਆਰੇ ਭਗਤ ਜਨਾਂ ਦੇ ਨਾਲ ਮਿਲਣਾ ਕਰ। ਨਾਨਕ ਦਾਸਨ ਦਾਸ ਕਹਿਤ ਹੈ। ਸਤਿਗੁਰੂ ਮਹਾਰਾਜ ਕਥਨ ਕਰਦੇ ਕਿ ਮੈਂ ਤੇਰੇ ਦਾਸ ਸੇਵਕਾਂ ਦਾ ਮਨ ਬਾਣੀ ਸਰੀਰ ਕਰਕੇ ਸੇਵਕ ਹੋ ਕੇ ਇਹੀ ਕਹਿੰਦਾ ਹਾਂ ਜਿਹੜੇ ਤੇਰੇ ਦਾਸਾਂ ਦੇ ਦਾਸ ਕਹੇ ਜਾਂਦੇ ਨੇ। ਹਮ ਦਾਸਨ ਕੇ ਪਨਹਾਰੇ। ਮੈਂ ਤੇਰੇ ਉਹਨਾਂ ਦਾਸਾਂ ਦੇ ਅੱਗੇ ਪਾਣੀ ਭਰਨ ਵਾਲਾ ਦਾਸ ਹਾਂ ਜੀ। ਮੋਕੋ ਕੀਜੈ ਦਾਸ ਦਾਸ ਦਾਸਨ ਕੋ, ਹਮ ਦਇਆ ਧਾਰ ਜਗਨਨਾਥ। ਭੁੱਲਾਂ ਚੁੱਕਾ ਖਿਮਾ ਕਰੋ ਜੀ, ਅੱਗੇ ਤੋਂ ਸਮਤ ਬਖਸ਼ੋ। ਕਿਰਪਾ ਕਿਰਪਾ ਕਰ ਦੀਨ ਪ੍ਰਭ ਸਰਨੀ। ਮੋਕੋ ਹਰ ਜਨ ਮੇਲ ਪਿਆਰੇ। ਨਾਨਕ ਦਾਸਨ ਦਾਸ ਕਹਿਤ ਹੈ, ਹਮ ਦਾਸਨ ਕੇ ਪਨਹਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।